ਕਾਂਛੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀ ਸੰਗਤ ਨੂੰ ਜੈ ਭੀਮ ਜੈ ਗੁਰਦੇਵ। 16 ਫਰਵਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਾਨ ਪੁਰਬ ਆ ਰਿਹਾ ਹੈ। 14 ਫਰਵਰੀ ਨੂੰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ, ਵੋਟਾਂ ਵੀ ਆ ਰਹੀਆਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਸੰਕਲਪ ਬਰਾਬਰਤਾ ਵਾਲੇ ਰਾਜ ਵਾਲਾ, ਬੇਗਮਪੁਰੇ ਵਾਲਾ, ਮੱਖੀਆਂ ਦੀ ਤਰ੍ਹਾਂ ਇਕੱਠੇ ਹੋਣ ਵਾਲਾ, ਇਹ ਇੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕਾਂ ਦੀ ਪਰਖ ਦੀ ਘੜੀ ਹੈ ਕਿ ਇੱਕ ਪਾਸੇ ਵੋਟਾਂ ਨੇ ਤੇ ਦੂਜੇ ਪਾਸੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਾਨ ਪੁਰਬ ਹੈ, ਜਿੱਥੇ 650 ਸਾਲ 650 ਸਾਲ ਬੀਤ ਚੁੱਕੇ ਨੇ ਕਿ ਉਹਨਾਂ ਦਾ ਸੰਕਲਪ ਪੂਰਾ ਕਰਨ ਦੇ ਵਿੱਚ ਨਾਕਾਮਯਾਬ ਰਹੀ ਹੈ ਸੰਗਤ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕ ਤੇ ਇਸ ਵਾਰ 2022 ਦੀਆਂ ਜਿਹੜੀਆਂ ਚੋਣਾਂ ਨੇ, ਇਹਦੇ ਵਿੱਚ ਕੀ ਆਪਣੇ ਮਹਾਨ ਰਹਿਬਰ ਦਾ ਸੁਪਨਾ ਸੰਕਲਪ ਪੂਰਾ ਕਰ ਸਕਣਗੇ ਕਿ ਨਹੀਂ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਗੇ ਕਿ ਨਹੀਂ, ਇਹੋ ਜਿਹੀ ਵਿਚਾਰ ਚਰਚਾ ਕਰਨ ਦੇ ਲਈ ਅਸੀਂ ਅੱਜ ਇਕੱਠੇ ਹੋਏ ਹਾਂ। ਕਾਂਛੀ ਟੀਵੀ ਦੀ ਟੀਮ ਇਸ ਵੇਲੇ ਮਹਾਨ ਲੀਡਰ ਬਹੁਜਨ ਸਮਾਜ ਪਾਰਟੀ ਸੂਬਾ ਸਕੱਤਰ ਰਮੇਸ਼ ਕੌਲ ਜੀ, ਜਿਹੜੇ ਬਹੁਤ ਵਾਰ MC ਬਣ ਚੁੱਕੇ ਨੇ ਫਗਵਾੜਾ ਤੋਂ, ਔਰ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਲੈ ਕੇ ਜਾਣ ਲਈ ਬਹੁਤ ਉਪਰਾਲੇ ਕਰਦੇ ਨੇ। ਔਰ ਹਦੀਆਬਾਦ ਆਕੂਪੁਰਾ ਦੇ ਵਿੱਚ ਫਗਵਾੜਾ ਦੇ ਅੰਦਰ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦੇ ਨਾਮ ਤੇ BR ਅੰਬੇਡਕਰ ਪਾਰਕ ਵੀ ਬਣਾਈ ਹੈ, ਜਿੱਥੇ ਮਹਾਨ ਰਹਿਬਰਾਂ ਦੇ ਸਟੈਚੂ ਲਗਾਏ ਨੇ, ਬੁੱਤ ਲਗਾਏ ਨੇ। ਉਹ ਅੱਜ ਬੋਲਦੇ ਪਏ ਨੇ, ਪ੍ਰੇਰਿਤ ਕਰਦੇ ਪਏ ਨੇ ਸਮਾਜ ਨੂੰ ਕਿ ਅੱਜ ਸੱਚਮੁੱਚ ਉਹਨਾਂ ਦੀ ਵਿਚਾਰਧਾਰਾ ਦੀ ਲੋੜ ਹੈ, ਤਦ ਹੀ ਸਮਾਜ ਦੇ ਵਿੱਚ ਤਬਦੀਲੀ ਬਦਲਾਅ ਆ ਸਕਦਾ ਹੈ। ਤੇ ਆਓ ਸਵਾਗਤ ਕਰਦੇ ਹਾਂ ਕੌਲ ਸਾਹਿਬ ਉਹਨਾਂ ਦਾ। ਕੌਲ ਸਾਹਿਬ, ਸਵਾਗਤ ਹੈ ਜੀ ਕਾਂਛੀ ਟੀਵੀ ਦੀ ਸਕਰੀਨ ਤੇ। ਜੈ ਗੁਰਦੇਵ, ਜੈ ਭੀਮ, ਨਮੋ ਬੁੱਧਾਏ। ਜੈ ਭੀਮ, ਜੈ ਭਾਰਤ, ਨਮੋ ਬੁੱਧਾ, ਜੈ ਗੁਰਦੇਵ, ਧੰਨ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਪਹਿਲਾਂ ਤਾਂ ਮੈਂ ਕਾਂਛੀ ਟੀਵੀ ਦੇਖ ਰਹੇ ਸਰੋਤਿਆਂ ਨੂੰ ਔਰ ਕਾਂਛੀ ਟੀਵੀ ਜਿਹੜਾ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜਾ ਮੈਨੂੰ ਮੇਰੀ ਇੰਟਰਵਿਊ ਲੈ ਕੇ ਮੇਰੇ ਰਾਹੀਂ ਜਿਹੜਾ ਬਹੁਜਨ ਸਮਾਜ ਪਾਰਟੀ ਹੈ ਉਹਦਾ ਅਸੀਂ ਅੱਜ ਆਪਣੇ ਮਹਾਂਪੁਰਸ਼ਾਂ ਦਾ ਜਿਹੜਾ ਮੈਸੇਜ ਹੈ ਉਹ ਦੇਣ ਵਾਸਤੇ ਇਕੱਠੇ ਹੋਏ ਆ। ਜੋ ਗੁੜਾ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਨੇ ਸੋਕਤ ਜਾਣੇ ਪੀੜ ਪਰਾਈ ਜਾ ਕੇ ਅੰਦਰ ਦਰਦ ਨਾ ਪਾਈ, ਜਿਨ੍ਹਾਂ ਨੇ ਆਪਣੇ ਸਮਾਜ ਦਾ ਜਿਹੜਾ ਦਰਦ ਆ ਆਪਣੇ ਪਿੰਡੇ ਤੇ ਹੰਡਾਇਆ, ਔਰ ਜਦੋਂ ਪਿੰਡੇ ਤੇ ਹੰਡਾਇਆ ਤਾਂ ਉਹਨਾਂ ਨੇ ਜਿਹੜਾ ਇਹ ਉਸ ਵੇਲੇ, ਕਿਉਂਕਿ ਵੋਟ ਰਾਜ ਨਹੀਂ ਸੀ ਹੁੰਦਾ, ਰਾਜਤੰਤਰ ਸੀਗਾ, ਔਰ ਰਾਜਾ ਰਾਣੀ ਦੇ ਪੇਟ ਚੋਂ ਪੈਦਾ ਹੁੰਦਾ ਸੀ, ਔਰ ਤਲਵਾਰ ਦੇ ਨਾਲ ਜਿਹੜਾ ਆ ਉਹ ਆਪਣੀ ਤਾਕਤ ਦੇ ਨਾਲ ਰਾਜਾ ਬਣਦਾ ਸੀ ਤੇ ਲੇਕਿਨ ਸਾਡਾ ਸਮਾਜ ਐਜੂਕੇਸ਼ਨ ਔਰ ਸਾਧਨਾ ਤੋਂ ਵਾਂਝਾ ਸੀ, ਔਰ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਸਿੱਖਿਆ ਤੋਂ ਬਿਨਾਂ ਸੀ, ਔਰ ਸਨਮਾਨ ਤੋਂ ਬਿਨਾਂ ਸੀ, ਸੰਗਠਨ ਤੋਂ ਬਿਨਾਂ ਸੀ। ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਉਸ ਵੇਲੇ ਵੀ ਉਹਨਾਂ ਨੇ ਜਿਹੜੀ ਇੱਕ ਤਾਂ ਸਿੱਖਿਆ ਦੀ ਸੰਕਲਪ ਕੀਤਾ ਕਿ ਮਾਧੋ ਅਵਿਦਿਆ ਹਿਤਕੀਨ ਵਿਵੇਕ ਮਲੀਨ, ਕਿ ਸਾਡੀ ਜਿਹੜੀ ਹੈ ਉਹ ਬੁੱਧੀ ਦਾ ਦੀਵਾ ਅਗਿਆਨਤਾ ਕਰਕੇ ਗੁੱਲ ਹੋਇਆ। ਪਹਿਲਾਂ ਤਾਂ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਭਸਨ ਰਵਿਦਾਸ ਰਹੇ ਪ੍ਰਸੰਨ। ਬਈ ਸਮਤਾ, ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ਵਾਲਾ ਜਿਹੜਾ ਰਾਜ ਹੋਣਾ ਚਾਹੀਦਾ, ਉਹ रविदास मनुष्य के बसन को सुख कर है दो ठाव, जहां सुख है सबराज में ਜਾਂ ਮਰਗਟ ਗਾਉ। ਬਈ ਜਿਹੜੇ ਹਾਲਾਤਾਂ ਨੂੰ ਜਦੋਂ ਗੁਰੂ ਸਾਹਿਬ ਨੇ ਵਾਚਿਆ ਤਾਂ ਉਹਨੇ ਕਿਹਾ ਵੀ ਰਾਜ ਆਪਣਾ ਹੋਣਾ ਚਾਹੀਦਾ ਤੇ ਇਦਾਂ ਦਾ ਰਾਜ ਹੋਣਾ ਚਾਹੀਦਾ, ਸਿੱਖਿਆ ਹੋਣੀ ਚਾਹੀਦੀ ਆ। ਤੇ ਬੇਗਮਪੁਰੇ ਦਾ ਸੰਕਲਪ ਜਿਹੜਾ ਉਹਨਾਂ ਨੇ ਦਿੱਤਾ ਉਹ ਸਾਰਿਆਂ ਦੇ ਸਾਹਮਣੇ ਆ। ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਆ ਉਹ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਇਹ ਸਮਾਜ ਲਈ ਜਿਹੜੀ ਬਰਾਬਰਤਾ, ਸਿੱਖਿਆ, ਸਨਮਾਨ, ਹਰ ਚੀਜ਼ ਦਾ ਜਿਹੜਾ ਪ੍ਰਬੰਧ ਆ
ਉਹ ਜ਼ਿੰਦਗੀ ਦਾ ਲੰਬਾ ਸੰਘਰਸ਼ ਕਰਕੇ ਉਹ ਪੈਦਾ ਕੀਤਾ। ਉਹ ਸੰਵਿਧਾਨ ਦੇ ਵਿੱਚ ਆ ਜਿਹੜੀ ਸੰਵਿਧਾਨ ਦੀ ਪ੍ਰੈਮਬਲ ਆ ਜੀ। ਤੋਂ ਅਸੀਂ ਪਹਿਲਾਂ ਤਾਂ ਆ ਜਿਹੜਾ ਮਹੀਨਾ ਚੜਿਆ ਜਨਵਰੀ ਦਾ ਜੀ, ਇਹ ਬੜਭਾਗੀ ਮਹੀਨਾ ਆ। ਕਿਉਂ ਬੜਭਾਗੀ ਆ? ਕਿਉਂਕਿ ਔਰਤਾਂ ਜਿਹੜੀਆਂ ਹਰ ਤਰ੍ਹਾਂ ਦੀ ਔਰਤ ਜਿਹੜੀ ਹੈ ਉਹ ਅਪਮਾਨਿਤ ਸੀ। SC ST OBC ਔਰ ਔਰਤਾਂ ਇਹ ਸਾਰੇ ਅਪਮਾਨਿਤ ਸੀ। ਤੇ ਔਰਤਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਕਰਨ ਵਾਲੀ ਮਾਤਾ ਸਵਿਤਰੀ ਬਾਈ ਫੂਲੇ ਦਾ ਜਿਹੜਾ ਜਨਮ ਆ ਉਹ 3 ਜਨਵਰੀ ਨੂੰ ਹੋਇਆ। ਤੇ ਜਿਹੜੀ 15 ਜਨਵਰੀ ਕੱਲ ਲੰਘ ਕੇ ਗਈ ਆ, ਅਸੀਂ ਧੰਨਵਾਦੀ ਆ ਮਾਤਾ ਜਿਹੜੇ ਭੈਣ ਕੁਮਾਰੀ ਮਾਇਆਵਤੀ ਜੀ ਦੇ, ਜਿਨ੍ਹਾਂ ਦਾ ਜਨਮ 15 ਜਨਵਰੀ ਨੂੰ ਹੋਇਆ, ਜਿਨ੍ਹਾਂ ਨੂੰ ਆਪਣੇ ਰਹਿਬਰਾਂ ਦੇ ਸੰਕਲਪ ਨੂੰ ਪੂਰਾ ਕਰਨ ਵਾਸਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਪੰਜਾਬ ਚੋਂ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਜਿਹੜਾ ਉਹ ਮਨੂਵਾਦੀ ਸਿਸਟਮ ਨਾਲ ਲੜਨ ਵਾਲੀ ਬਣਾਇਆ ਜੀ। ਉਹਨਾਂ ਦਾ ਜਨਮ ਦਿਨ ਆ ਰਿਹਾ ਤੇ ਜਿਹੜਾ ਆਪਾਂ ਫਰਵਰੀ ਮਹੀਨਾ ਆ ਉਹਦੇ ਵਿੱਚ ਗੁਰੂ ਸਾਹਿਬ ਦਾ ਜਨਮ ਦਿਨ ਆ ਰਿਹਾ। ਗੁਰੂ ਸਾਹਿਬ ਦੀ ਜਨਮ ਭੂਮੀ ਤੇ ਆਪਾਂ ਇਹ ਜਿਹੜਾ ਕ੍ਰਿਸ਼ਮਾ ਆ ਇਹ ਰਾਜ ਭਾਗ ਦਾ ਦਿਖਾ ਚੁੱਕੇ ਆ ਕਿ ਰਾਜ ਭਾਗ ਹੁੰਦਾ ਕੀ ਆ, ਇਹਦੀ ਜ਼ਿੰਮੇਵਾਰੀ ਕੀ ਆ ਤੇ ਜ਼ਰੂਰਤਾਂ ਜਿਹੜੀਆਂ ਲੋਕਾਂ ਦੀਆਂ ਕੀ ਆ ਤੇ ਪੂਰੀਆਂ ਕਿੱਦਾਂ ਕੀਤੀਆਂ ਜਾ ਸਕਦੀਆਂ ਜੀ। ਤੇ ਜਦੋਂ ਆਪਾਂ ਗੁਰੂ ਸਾਹਿਬ ਜੀ ਦਾ ਜਨਮ ਦਿਨ ਜਿੱਥੇ ਮਨਾਉਣਾ ਆ ਤੇ ਇਹ ਵੀ ਜਿਹੜਾ ਦੇਖਣਾ ਆ ਕਿ ਗੁਰੂ ਦਾ ਜਿਹੜਾ ਸੁਪਨਾ ਆ, ਜਿੱਥੇ ਅਸੀਂ ਹਰ ਸਾਲ ਲੱਖਾਂ ਰੁਪਇਆ ਲਾ ਕੇ ਅਰਬਾਂ ਰੁਪਇਆ ਲਾ ਕੇ ਗੁਰੂ ਸਾਹਿਬ ਜੀ ਦੇ ਜਨਮ ਦਿਨ ਨੂੰ ਮਨਾਉਨੇ ਆ ਜੀ, ਕਿ ਅਸੀਂ ਜਿੱਥੇ ਜਿਹੜਾ ਇੱਕ ਚੁਆਨੀ ਨਹੀਂ ਲੱਗਣੀ ਹੁੰਦੀ, ਵੋਟ ਜਿਹੜੀ ਹੈ ਉਹ ਵੋਟ ਪਰਦੇ ਦੇ ਪਿੱਛੇ ਪਾ ਕੇ, ਸਾਡੀ ਗਿਣਤੀ ਵੀ 34% ਆ ਪੰਜਾਬ ਦੇ ਵਿੱਚ, ਇਹ ਅਸੀਂ ਜਿਹੜਾ ਆ ਸਭ ਤੋਂ ਜ਼ਿਆਦਾ ਗੁਰੂ ਦਾ ਜਿਹੜਾ ਗੁਣਗਾਨ ਆ ਉਹ ਪੰਜਾਬ 'ਚ ਹੀ ਕੀਤਾ ਜਾਂਦਾ। ਕੀ ਅਸੀਂ ਉਹਦੀ ਸੋਚ ਤੇ ਵੀ ਜਿਹੜਾ ਪਹਿਰਾ ਦੇ ਰਹੇ ਹਾਂ। ਬਿਲਕੁਲ ਜੀ, ਕੌਲ ਸਾਹਿਬ ਇਹ ਸੋਚ ਤੇ ਪਹਿਰਾ ਦੇਣ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਇੱਕ ਤਰੀਕ ਜਿਹੜੀ ਹੈ ਆਪਾਂ ਉਹ ਵੀ ਨਾਲ ਆਪਾਂ ਚਰਚਾ ਕਰ ਲਈਏ, ਕਿਉਂਕਿ ਜਿਹੜਾ ਸਦੀਆਂ ਤੋਂ ਸਾਡੇ ਗਲ ਦੇ ਵਿੱਚ ਇੱਕ ਮਰਿਆ ਸੱਪ ਲਟਕਾਇਆ ਹੋਇਆ ਸੀਗਾ ਜਿਹੜਾ ਉਸ ਵੇਲੇ ਮਨੂ ਸਿਮਰਤੀ ਦਾ, ਤੇ ਸੰਵਿਧਾਨ ਦਿਵਸ ਵੀ ਇਹਦੇ ਇਸੇ 26 ਜਨਵਰੀ ਜਿਹੜੀ ਹੈ ਉਹ ਵੀ ਇਸ ਤਰੀਕ ਆਉਂਦੀ ਹੈ ਇਸ ਮਹੀਨੇ ਦੇ ਵਿੱਚ, ਕਿਉਂਕਿ ਇਹ ਜੋ ਸੰਵਿਧਾਨ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਵੱਲੋਂ ਦਿੱਤਾ ਗਿਆ ਉਹ ਵੀ 26 ਜਨਵਰੀ ਮਤਲਬ ਕਿ ਜਨਵਰੀ ਦੇ ਵਿੱਚ ਹੀ ਆਉਂਦਾ ਹੈਗਾ। ਉਹ ਵੀ ਮਹਾਨ ਦਿਨ ਹੈਗਾ ਜਿਹਦੇ ਬਦੌਲਤ ਅੱਜ ਸਾਡਾ ਸਮਾਜ ਅੱਜ ਤਰੱਕੀ ਕਰ ਰਿਹਾ। ਹਾਂਜੀ ਹਾਂਜੀ, ਜਿਹੜਾ ਸੰਵਿਧਾਨ ਦੀ ਤੁਸੀਂ ਗੱਲ ਕੀਤੀ ਆ ਇਹ ਤਾਂ ਇੱਕ ਐਸੀ ਚੀਜ਼ ਬਾਬਾ ਸਾਹਿਬ ਸਾਨੂੰ ਦੇ ਕੇ ਗਏ ਆ। ਇਹਨੂੰ ਕਹਿੰਦੇ ਆ ਲੋਕਤੰਤਰ ਜੀ ਜੀ ਜੀ, ਡੈਮੋਕ੍ਰੇਸੀ। ਇਹ ਸੰਵਿਧਾਨ ਕਾਨੂੰਨ ਨਹੀਂ ਹੈ, ਲੋਕਤੰਤਰ ਆ ਵੀ ਲੋਕਾਂ ਦਾ, ਲੋਕਾਂ ਵਾਸਤੇ ਲੋਕਾਂ ਨੇ ਚੁਣਨਾ ਤੇ ਲੋਕਾਂ ਦੇ ਨੁਮਾਇੰਦਿਆਂ ਨੇ ਇਹਦੀ ਰੱਖਿਆ ਕਰਨੀ ਆ ਜੀ। ਹੁਣ ਸੰਵਿਧਾਨ ਜਿਹੜਾ ਆ ਇਹ ਬੜੀ ਮਿਹਨਤ 2 ਸਾਲ 11 ਮਹੀਨੇ ਤੇ 18 ਦਿਨ ਦਾ ਸਮਾਂ ਲਾ ਕੇ ਬਾਬਾ ਸਾਹਿਬ ਨੇ ਪਤਾ ਨਹੀਂ ਕਿੰਨਾ ਕੁ ਅੰਗਰੇਜ਼ਾਂ ਨੂੰ ਕਨਵਿੰਸ ਕੀਤਾ, ਅੰਗਰੇਜ਼ ਰਜਾਮੰਦ ਹੋਏ। ਨਹੀਂ ਤਾਂ ਜਿਹੜੇ ਆਜ਼ਾਦੀ ਚਾਹੁੰਦੇ ਸੀ ਉਹ ਸਿਰਫ ਤੇ ਸਿਰਫ ਜਿਹੜੀ ਆਜ਼ਾਦੀ ਹੈ ਉਹ ਮਤਲਬ ਗੈਰ ਬਰਾਬਰੀ ਵਾਲੇ ਜਿਹੜੇ ਹੈ ਗੈਰ ਬਰਾਬਰੀ ਸਿਸਟਮ ਨੂੰ ਲਾਗੂ ਰੱਖਣਾ ਚਾਹੁੰਦੇ ਸੀ ਜੀ। ਤੇ ਲੇਕਿਨ ਸੰਵਿਧਾਨ ਜਿਹੜਾ ਆ ਇਹ ਬਾਬਾ ਸਾਹਿਬ ਨੇ ਪੂਰਾ ਅੰਗਰੇਜ਼ਾਂ ਨੂੰ ਰਜਾਮੰਦ ਕਰਕੇ ਸਾਡਾ ਜਿਹੜਾ ਐਸੀ ਸਮਾਜ ਆ ਉਹਦੀ ਲਈ ਤਾਂ ਜਿਹੜਾ ਆ ਰਾਖਵਾਂਕਰਨ ਲੈ ਦਿੱਤਾ, ਲੇਕਿਨ ਜਿਹੜੇ ਬਾਕੀ ਲੋਕ ਆ BC ਸਮਾਜ ਆ ਰਾਖਵਾਂਕਰਨ ਉਹਨਾਂ ਦਾ ਵੀ ਆ ਲੇਕਿਨ ਲਾਗੂ ਕਰਨ ਵਾਲੇ ਬੇਈਮਾਨ ਆ ਜੀ। ਤੋ ਇਸ ਕਰਕੇ ਸੰਵਿਧਾਨ ਦਿਵਸ ਵੀ ਜਿਹੜਾ ਜਨਵਰੀ ਦੇ ਵਿੱਚ ਆ, ਅਸੀਂ ਸੰਵਿਧਾਨ ਨੂੰ ਜਿਹੜਾ ਪ੍ਰਣਾਮ ਕਰਦੇ ਆ ਉਹਦੇ ਤੇ ਅਸੀਂ ਪਹਿਰਾ ਦੇ ਰਹੇ ਆ ਜੀ। ਤੇ ਸਾਨੂੰ ਸੰਵਿਧਾਨ ਜਿਹੜਾ ਬੜੀਆਂ ਕਠਿਨਾਈਆਂ ਦੇ ਨਾਲ, ਕਿਉਂਕਿ ਸਾਹਿਬ ਕਾਂਸ਼ੀ ਰਾਮ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਤਿਆਗ ਕਰਕੇ संविधान के सम्मान में BSV मैदान में बहुजन समाज पार्टी ने संविधान की रखिया और संविधान मुताबिक पूरे देश अंदर डेमोक्रेसी लागू करने लिए काम किया जी। क्योंकि 25 दसंबर जिहड़ा आ उदों संविधान जिहड़ा मनु दा लिखिया होया सी ओनू साड़िया ते की चाहिदा वो संविधान ਉਹਦੇ ਪੈਰਲਲ ਦਿੱਤਾ ਵੀ ਆ। ਬਿਲਕੁਲ ਬਿਲਕੁਲ। ਤੇ ਇਸ ਕਰਕੇ ਜਿਹੜਾ ਸੰਵਿਧਾਨ ਸਾਡੇ ਗੁਰੂ ਸਾਹਿਬ ਚਾਹੁੰਦੇ ਸੀ ਕਿ ਬੇਗਮਪੁਰਾ ਜਿਹੜਾ ਉਹ ਇੱਕ ਸੰਵਿਧਾਨ ਦਾ ਹੀ ਜਿਹੜਾ ਆ ਉਹ ਰੂਪ ਹੈ ਜੀ। ਉਹ ਹੁਣ ਜੇ ਅਸੀਂ ਬਚਾਉਣਾ ਆ ਤੇ ਨਿਜਬਲ ਸਾਡੇ ਹੱਥ ਵਿੱਚ ਆ। ਨਿਜਬਲ ਵੀ ਕਿਰਪਾਨ ਵਾਲਾ ਨਹੀਂ ਹੈ, ਸਿਰਫ
ਜਿਹੜਾ ਆ ਪਰਦੇ ਪਿੱਛੇ ਜਾ ਕੇ ਆਪਣੇ ਵੋਟ ਦਾ ਇਸਤੇਮਾਲ ਕਰਨਾ। ਬਿਲਕੁਲ। ਤੋ ਇਸ ਕਰਕੇ ਸਾਨੂੰ ਚਾਹੀਦਾ ਕਿ ਅੱਜ ਦੇਸ਼ ਦੇ ਵਿੱਚ 70 ਸਾਲ ਦੀ ਆਬਾਦੀ, ਜਿਹੜਾ 70 ਸਾਲ ਬਾਅਦ ਸਾਨੂੰ ਇਹ ਪਰਚੋਲ ਕਰਨੀ ਪੈਗੀ ਕਿ ਸੰਵਿਧਾਨ ਵਿੱਚ ਜੋ ਸਾਨੂੰ ਦਿੱਤਾ ਸੀ ਉਹ ਮਿਲਿਆ ਕਿ ਨਹੀਂ ਮਿਲਿਆ। ਅੱਜ ਜਿਹੜਾ ਆ ਮੋਦੀ ਨੇ ਹਰ ਚੀਜ਼ ਜਿਹੜੀ ਹੈ ਉਹ ਸਰਕਾਰੀ ਅਦਾਰੇ ਵੇਚ ਰਿਹਾ, ਹਰ ਚੀਜ਼ ਵੇਚੀ ਜਾ ਰਹੀ ਆ, ਤੋਂ ਨਿੱਜੀਕਰਨ ਕੀਤਾ ਜਾ ਰਿਹਾ, ਰਾਖਵਾਂਕਰਨ ਜਿਹੜਾ ਆ ਉਹ ਸਿਰਫ ਕਿਤਾਬਾਂ 'ਚ ਰਹਿ ਗਿਆ, ਸਾਨੂੰ ਨਹੀਂ ਮਿਲਣਾ। ਤੇ ਜੇ ਲੈਣਾ ਆ, ਜੇ ਅਸੀਂ ਭਾਗੀਦਾਰ ਰਹਿਣਾ ਆ, ਅਸੀਂ ਡੈਮੋਕ੍ਰੇਸੀ ਦਾ ਹਿੱਸਾ ਤੇ ਡੈਮੋਕ੍ਰੇਸੀ 'ਚ ਹਿੱਸੇਦਾਰ ਬਣਨਾ, ਤੇ ਸਾਨੂੰ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਆਪਣੇ ਰਾਜ ਵਾਸਤੇ ਜਿਹੜਾ ਸਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ। ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਕਿ ਸਿੱਖਿਆ, ਨੌਕਰੀ, ਬੇਰੁਜ਼ਗਾਰੀ ਵਾਸਤੇ ਜਿਹੜਾ ਆ ਇਹ ਸਾਨੂੰ ਅੱਜ ਜਿਹੜਾ ਆ ਉਹ ਅਧਿਕਾਰ ਲੈ ਕੇ ਦਿੱਤੇ ਆ ਵੀ ਕੋਈ ਜਿਹਨੂੰ ਸਿੱਖਿਆ ਮਿਲੇਗੀ ਉਹਨੂੰ ਨੌਕਰੀ ਮਿਲੇਗੀ ਜੀ। ਔਰ ਇਹ ਸਿੱਖਿਆ ਵਾਸਤੇ ਭਾਰਤ ਦੀਆਂ ਪੂਰੀਆਂ ਸਟੇਟਾਂ ਦੇ ਵਿੱਚ ਕਿਤੇ ਕੰਮ ਨਹੀਂ ਹੋਇਆ। ਜੇ 4 ਵਾਰ ਉੱਤਰ ਪ੍ਰਦੇਸ਼ ਦੇ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਸੱਤਾ 'ਚ ਆਏ ਆ ਜੀ, ਪੂਰੇ ਦੇਸ਼ ਅੰਦਰ 16 ਐਜੂਕੇਸ਼ਨ ਵੱਡੇ ਜਿਹੜੇ IIT ਇੰਡੀਅਨ ਇੰਸਟੀਚਿਊਟ ਜਿਹੜੇ ਕਾਲਜ ਆ ਉਹ ਪੂਰੇ ਇੰਡੀਆ 'ਚ 16 ਕਾਲਜ ਆ, 6 ਕਾਲਜ ਵੱਡੇ ਕਾਲਜ ਸ਼ਾਹੂ ਛਤਰਪਤੀ ਦੇ ਨਾਂ ਤੇ, ਰਾਸ਼ਟਰਪਿਤਾ ਜੋਤੀਰਾਓ ਦੇ ਨਾਂ ਤੇ, ਤਥਾਗਤ ਬੁੱਧਾ ਦੇ ਨਾਂ ਤੇ ਭੈਣ ਜੀ ਨੇ ਖੋਲੇ ਆ ਜੀ। ਔਰ ਹਜ਼ਾਰਾਂ ਹੀ ਜਿਹੜੇ ਆ ਉਹ ਪ੍ਰਾਇਮਰੀ ਸਕੂਲ, ਹਾਈ ਸਕੂਲ, ਯੂਨੀਵਰਸਿਟੀਆਂ, ਜਿਹੜੇ ਹਸਪੀਟਲ ਆ ਉਹ ਬੇਸ਼ੁਮਾਰ, ਚਾਹੇ ਐਲੋਪੈਥਿਕ, ਚਾਹੇ ਹੋਮਿਓਪੈਥਿਕ, ਚਾਹੇ ਆਯੁਰਵੈਦਿਕ, ਇਹਦੇ ਜਿਹੜੇ 15 ਲੱਖ ਤੋਂ ਵੱਧ ਜਿਹੜੇ ਆ ਉਹ ਰੁਜ਼ਗਾਰ ਲੋਕਾਂ ਨੂੰ ਦਿੱਤਾ ਗਿਆ, ਭਰਤੀ ਕੀਤੀ ਗਈ ਆ, ਚਾਹੇ ਸਫਾਈ ਕਰਮਚਾਰੀ ਹੋਵੇ ਤੇ ਚਾਹੇ ਜਿਹੜੇ ਆ ਉਹ ਪੁਲਿਸ ਮਹਿਕਮਾ ਹੋਵੇ ਤੇ ਹੋਰ ਵੀ ਮਹਿਕਮਿਆਂ ਦੇ ਵਿੱਚ। ਇਸ ਕਰਕੇ ਉਹ ਸਾਨੂੰ ਜਿਹੜਾ ਆ ਬਹੁਜਨ ਸਮਾਜ ਪਾਰਟੀ ਆਪਣੀ ਭੈਣ ਕੁਮਾਰੀ ਮਾਇਆਵਤੀ ਜੀ ਦੀ ਯੋਗ ਲੀਡਰਸ਼ਿਪ 'ਚ ਜੇ ਉੱਥੇ ਰਾਜ ਆਇਆ, ਉੱਥੇ ਕੀ ਹੋਇਆ, ਤੇ ਜੇ ਇੱਥੇ ਰਾਜ ਆਇਆ ਜਿੱਥੇ ਬਹੁਤ ਵਾਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਗਿਆ, ਤੇ ਉੱਥੇ ਸਾਨੂੰ ਕੀ ਮਿਲਿਆ? ਕੀ ਐਜੂਕੇਸ਼ਨ ਦੁਆਰੇ ਖੋਲੇਗਾ? ਕੀ ਹਸਪੀਟਲ ਹੈ? ਸਿਰਫ ਤੇ ਸਿਰਫ 4-5 ਸਟੇਟਾਂ ਨੂੰ ਜਿਹੜਾ ਆ ਉਹ PGI ਮਿਲਿਆ ਆ, ਬਾਕੀ ਜਿਹੜਾ ਆ ਕਿਤੇ ਹੈ। ਇਸ ਕਰਕੇ ਇਹ ਜਿਹੜੇ ਰਾਜ ਆ, ਆਪਣਾ ਰਾਜ ਬੇਗਮਪੁਰੇ ਦਾ ਜੇ ਲਿਆਉਣਾ ਆ, ਬੇਗਮਪੁਰਾ ਬਸਾਉਣਾ ਆ, ਤੇ ਤੁਹਾਡੇ ਕੋਲ ਅੱਜ ਵੋਟ ਸ਼ਕਤੀ ਸਭ ਤੋਂ ਜ਼ਿਆਦਾ ਪੰਜਾਬ ਅੰਦਰ ਸਾਡੇ ਕੋਲ ਐਸੀ ਭਾਈਚਾਰੇ ਦੀ ਵੋਟ ਆ। ਔਰ ਫਿਰ ਸਾਡਾ ਹੁਣ ਜਿਹੜਾ ਗਠਬੰਧਨ ਆ, ਇਸ ਕਰਕੇ ਜੇ ਤੁਸੀਂ ਬਸਪਾ ਦਾ ਰਾਜ ਦੇਖ ਕੇ ਫੈਸਲਾ ਲਓ ਤੇ ਤੁਹਾਨੂੰ ਜਿਹੜਾ ਉਹ ਪੂਰੇ ਭਾਰਤ ਵਿੱਚ ਪਰਿਵਰਤਨ ਆਉਂਦਾ ਨਜ਼ਰ ਆਏਗਾ। ਅਸੀਂ ਗੁਰੂ ਦਾ ਸੁਪਨਾ ਜਿਹੜਾ ਸਰਬ ਸਾਂਝੀਵਾਲਤਾ ਦਾ ਫੇਰ ਹੀ ਪੂਰਾ ਹੋ ਸਕਦਾ। ਬਿਲਕੁਲ ਜੀ, ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਵੇਂ ਸਾਂਝੀਵਾਲਤਾ ਜਾਂ ਉਹਨਾਂ ਦੇ ਸੁਪਨੇ ਜਾਂ ਉਹਨਾਂ ਦੇ ਸੰਕਲਪ ਦੀ ਜੇ ਗੱਲ ਕਰਦੇ ਆ ਤਾਂ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਹੁਣ ਤੱਕ ਜੋ ਹੋਇਆ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਜਦੋਂ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਾਨ ਪੁਰਬ ਆਉਂਦਾ, ਉਦੋਂ ਸਾਡਾ ਸਮਾਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕ ਜ਼ਰੂਰ ਉਤਸ਼ਾਹਿਤ ਹੋ ਜਾਂਦੇ ਨੇ, ਐਕਟਿਵ ਹੋ ਜਾਂਦੇ। ਕੁਝ ਦਿਨ ਬਹੁਤ ਅੱਛਾ ਪ੍ਰਭਾਤ ਫੇਰੀਆਂ ਵੀ ਕੱਢੀਆਂ ਜਾਂਦੀਆਂ, ਨਗਰ ਕੀਰਤਨ ਸਜਾਏ ਜਾਂਦੇ ਨੇ, ਔਰ ਮਹਾਨ ਜਿਹੜੇ ਵੱਡੇ ਵੱਡੇ ਪੰਡਾਲ ਵੀ ਸਜਾਏ ਜਾਂਦੇ ਨੇ। ਬੜੇ ਚਾਅ, ਉਤਸ਼ਾਹ ਤੇ ਬੜੀ ਸ਼ਰਧਾ ਦੇ ਨਾਲ ਜਿਹੜੇ ਇਹ ਗੁਰਪੁਰਬ ਮਨਾਏ ਜਾ ਰਹੇ ਨੇ, ਜਾਂਦੇ ਵੀ ਰਹੇ ਨੇ। ਹੁਣ ਤੱਕ ਬਹੁਤ ਚੰਗੀ ਗੱਲ, ਮਨਾਉਣੇ ਚਾਹੀਦੇ ਨੇ। ਗੁਰੂ ਸਾਹਿਬਾਨਾਂ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹਨਾਂ ਨੂੰ ਯਾਦ ਵੀ ਕਰਨ ਦੀ ਲੋੜ ਹੈਗੀ ਹੈ, ਔਰ ਉਹਨਾਂ ਦੇ ਸੰਕਲਪ ਤੇ ਪਾਈਪੂਰਨਿਆਂ ਤੇ ਚੱਲਣ ਦੀ ਲੋੜ ਵੀ ਹੈ। ਪਰ ਇਹ ਵੀ ਹੈ ਕਿ ਜੋ ਹੁਣ ਤੱਕ ਹੋ ਰਿਹਾ ਸੀ ਕਿ ਫਰਵਰੀ ਮਹੀਨੇ ਜਾਂ ਜਨਵਰੀ ਮਹੀਨੇ ਦੇ ਵਿੱਚ ਮਹਾਨ ਪੁਰਬ ਆਉਣ ਤੋਂ ਬਾਅਦ ਜਦੋਂ ਵੋਟਾਂ ਆਉਂਦੀਆਂ ਉਦੋਂ ਤੱਕ ਭੁੱਲ ਜਾਂਦੇ ਸੀਗੇ ਲੋਕ। ਕੌਲ ਸਾਹਿਬ, ਐਤਕੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਸਮਝ ਲਓ ਵੀ ਹੋਈ ਹੈ ਕਿ ਵੋਟਾਂ ਜਿਹੜੀਆਂ ਨੇ ਐਨ ਉਦੋਂ ਆਪਣੇ ਸਮਾਜ ਨੇ ਸਰਗਰਮ ਹੋਣਾ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹੋਣਾ, ਉਹਨਾਂ ਨੂੰ ਯਾਦ ਕਰਦੇ ਹੋਣਾ। ਇੱਕ ਮਨ ਚਿੱਤ ਸਤਿਗੁਰੂ ਰਵਿਦਾਸ ਮਹਾਰਾਜ ਦੀ ਗੱਲ ਜਿਹੜੀ ਆ ਪੂਰੀ ਸੰਗਤ ਦੇ ਮਨ 'ਚ ਹੋਏਗੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 16 ਫਰਵਰੀ ਨੂੰ ਪ੍ਰਕਾਸ਼ ਪੁਰਬ ਹੈ, ਤੇ ਉਦੋਂ ਪੂਰਾ ਸਾਰੀ ਸੰਗਤ ਨੇ, ਸਾਰੇ ਸਮਾਜ ਨੇ ਮਨਾਉਣ ਦੇ ਵਿੱਚ ਸਰਗਰਮ ਹੋਣਾ। ਤੇ ਨਾਲ ਹੀ 14 ਫਰਵਰੀ ਨੂੰ ਜਿਹੜੀਆਂ ਵੋਟਾਂ ਨੇ, ਜੇ ਕਿਤੇ ਇਸ ਵਾਰ ਸੰਗਤ
ਉਸ ਵੇਲੇ ਮਾਹੌਲ ਤੱਤਾ ਹੋਣਾ, ਮਾਹੌਲ ਗਰਮ ਹੋਣਾ। ਜੇ ਕਿਤੇ ਸੱਚੀ ਮੁੱਚੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਯਾਦ ਕਰਦੇ ਆ, ਜੇ ਕਿਤੇ ਸੱਚੀ ਮੁੱਚੀ ਉਹਨਾਂ ਵਾਲਾ ਬਰਾਬਰਤਾ ਵਾਲਾ ਰਾਜ ਲੈ ਕੇ ਆਉਣ ਲਈ ਇੱਕਦਮ ਵੋਟਾਂ ਵੀ ਉਦੋਂ ਹੀ ਨੇ, ਗੁਰਪੁਰਬ ਵੀ ਉਦੋਂ ਹੀ ਨੇ, ਨਗਰ ਕੀਰਤਨ ਵੀ ਉਦੋਂ, ਇੱਕਦਮ ਮਾਹੌਲ ਜਿਹੜਾ ਉਹ ਸਜਿਆ ਹੋਣਾ। ਉਹ ਉਸ ਵੇਲੇ ਇੱਕਦਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਯਾਦ ਕਰਦੇ ਹੋਣਾ ਸੰਗਤ ਨੂੰ। ਜੇ ਕਿਤੇ ਇਸ ਵਾਰ ਸੱਚੀ ਮੁੱਚੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਕਲਪ ਪੂਰਾ ਹੋ ਜਾਵੇ ਤੇ ਉਹਨਾਂ ਵਾਲਾ ਬਰਾਬਰਤਾ ਵਾਲਾ ਰਾਜ ਆ ਸਕਦਾ। ਕੀ ਕਹਿਣਾ ਚਾਹੋਗੇ ਸੰਗਤ ਨੂੰ? ਕੁੜਾ ਸਾਹਿਬ, ਜਿਹੜੀ ਇਹ ਆਪਣੀ ਮੂਵਮੈਂਟ ਹੈ ਬਹੁਜਨ ਸਮਾਜ ਪਾਰਟੀ, ਇੱਕ ਸਮਾਜਿਕ ਤੇ ਆਰਥਿਕ ਪਰਿਵਰਤਨ ਦਾ ਅੰਦੋਲਨ ਆ। ਸੈਲਫ ਰਿਸਪੈਕਟ ਜੀ, ਸੈਲਫ ਰਿਸਪੈਕਟ ਜਿਹੜਾ ਅਸੀਂ ਤਦੇ ਪਾ ਸਕਦੇ ਹਾਂ ਜੇ ਅਸੀਂ ਲਾਲਚੀ ਨਾ ਹੋਈਏ। ਜੀ ਜੀ, ਸਾਨੂੰ ਲਾਲਚੀ ਨਹੀਂ ਹੋਣਾ ਚਾਹੀਦਾ, ਸਾਨੂੰ ਛੋਟੇ ਛੋਟੇ ਲਾਲਚਾਂ ਦੇ ਵਿੱਚ ਫਸਣਾ ਨਹੀਂ ਚਾਹੀਦਾ ਜੀ, ਕਿਉਂਕਿ ਜਿਹੜੀਆਂ ਪਾਰਟੀਆਂ ਆ ਉਹ ਸਾਡੇ ਸਮਾਜ ਨੂੰ ਲਾਲਚੀ, ਨਕੰਮਾ, ਅਪਾਹਜ, ਗਰੀਬ, ਲਾਚਾਰ ਰੱਖਣਾ ਚਾਹੁੰਦੀਆਂ। ਹਾਂ, ਤਦੇ ਉਹ ਜਿਹੜੇ ਵੱਡੇ ਵੱਡੇ ਘੋਸ਼ਣਾ ਪੱਤਰ ਲੈ ਕੇ ਆਉਂਦੇ ਆ, ਔਰ ਤਦੇ ਜਿਹੜਾ ਅੱਜ ਜਦੋਂ ਸਮਾਜ ਵਿੱਚ ਤਬਦੀਲੀ ਹੋਣ ਜਾ ਰਹੀ ਆ ਤਾਂ ਜਿਹੜੀ ਕਾਂਗਰਸ ਆ ਉਹ ਸਾਡੇ ਸਮਾਜ ਦੇ ਐਸੀ ਭਾਈਚਾਰੇ ਚੋਂ ਉਹਨਾਂ ਨੇ ਮੁੱਖ ਮੰਤਰੀ ਵੀ ਲਾਇਆ। ਲੇਕਿਨ ਸਾਨੂੰ ਜਿਹੜੇ ਉਹ ਫੇਰ ਵੱਡੇ ਵੱਡੇ ਸਬਜ਼ ਬਾਗ ਦਿਖਾਉਣ ਡਏ ਆ, ਅਸੀਂ ਡਾਕਟਰ ਅੰਬੇਡਕਰ ਜਿਹੜਾ ਹਸਪੀਟਲ ਬਣਾਵਾਂਗੇ, ਅਸੀਂ ਉਹ ਬਣਾਵਾਂਗੇ। ਸਾਹਿਬ ਕਾਂਚੀ ਰਾਮ ਦੇ ਨਾਂ ਤੇ ਵੀ ਉਹਨਾਂ ਨੇ ਐਲਾਨ ਕੀਤਾ। ਜਦ ਕਿ ਜਿਹੜਾ ਜੇ ਅਸੀਂ ਉੱਤਰ ਪ੍ਰਦੇਸ਼ ਚ ਬੀਐਸਪੀ ਜਾਂ ਸਾਹਿਬ ਕਾਂਚੀ ਰਾਮ ਦੀ ਟਾਈਮ ਤੇ ਜਿਹੜਾ ਦੇਖੀਏ ਤਾਂ ਉਹ ਜਾਨੀ 200 ਖੇਤ, 300 ਖੇਤ, 400 ਖੇਤਾਂ ਦੇ ਵਿੱਚ ਜਿਹੜੇ ਆ ਆਪਣੇ ਮਹਾਪੁਰਸ਼ਾਂ ਦੇ ਨਾਂ ਤੇ ਜਿਨੀ ਡੈਮੋਕ੍ਰੇਸੀ ਦਾ ਸੰਕਲਪ ਕੀਤਾ ਸੀ ਤਾਂ ਉਹਨਾਂ ਨੇ ਉੱਥੇ ਬਣਾਏ ਆ ਜੀ। ਹੁਣ ਸਤੀਸ਼ ਮਿਸ਼ਰਾ ਜੀ ਨੂੰ ਜਿਹੜੇ ਆ ਪੱਤਰਕਾਰ ਪੁੱਛਦੇ ਆ ਵੀ ਸਾਡੀ ਪਾਰਟੀ ਤੁਹਾਡਾ ਘੋਸ਼ਣਾ ਪੱਤਰ ਕਿਉਂ ਨਹੀਂ ਜਾਰੀ ਕਰਦੇ ਜੀ। ਉਹਨੇ ਕਿਹਾ ਵੀ ਅਸੀਂ ਘੋਸ਼ਣਾ ਪੱਤਰ ਜਿਹੜਾ ਆ, ਦੇਖੋ ਸਾਹਿਬ ਕਾਂਸ਼ੀ ਰਾਮ ਵੀ ਕਹਿੰਦੇ ਹੁੰਦੇ ਸੀ ਤਾਂ ਉਹਨੂੰ ਪੁੱਛਿਆ, ਪਾਰਲੀਮੈਂਟ ਤੱਕ ਪੁੱਛਿਆ ਸੀ ਕਿ ਤੁਹਾਡਾ ਚੋਣ ਮੈਨੀਫੈਸਟੋ ਕੀ ਆ। ਉਹਨਾਂ ਨੇ ਕਿਹਾ ਸੀ ਵੀ ਸਾਡਾ ਚੋਣ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕਿਹਾ ਆ ਵੀ ਨਿਮਾਣਿਆਂ ਨੂੰ ਮਾਣ, ਨਪੱਤਿਆਂ ਦੀ ਪੱਤ, ਨਿਘਰਿਆਂ ਨੂੰ ਘਰ, ਨਿਆਸਰਿਆਂ ਨੂੰ ਆਸਰਾ, ਇਹ ਜਿਹੜਾ ਆ ਇਹ ਸਾਡਾ ਚੋਣ ਮੈਨੀਫੈਸਟੋ ਆ। ਤੇ ਇਸ ਕਰਕੇ ਸਾਨੂੰ ਗੁਰੂ ਸਾਹਿਬ ਦੇ ਜਨਮ ਦਿਨ ਤੇ ਗੁਰਪੁਰਬ ਤੇ ਇਹ ਤਹਈਆ ਕਰਨਾ ਚਾਹੀਦਾ ਬਈ ਉਹਨਾਂ ਨੇ ਆਪਣੇ ਰਾਜ ਦੀ ਕਲਪਨਾ ਕੀਤੀ ਆ। ਆਪਣਾ ਰਾਜ ਹੁੰਦਾ ਆ ਬਈ ਗੁਲਾਮ ਨਹੀਂ ਬਣਨਾ। ਜਿਹੜਾ ਅੱਜ ਵੀ ਸਾਰੇ ਰੌਲਾ ਪਿਆ ਆ ਬਈ ਕਾਂਗਰਸ ਜਿਹੜੀ ਸਾਨੂੰ ਅਧਿਕਾਰ ਲੈ ਕੇ ਦੇਣਾ ਨਹੀਂ ਸੀ ਚਾਹੁੰਦੀ, ਅੱਜ ਉਹਨੇ ਜਿਹੜਾ ਆ ਇੱਕ ਗੁਲਾਮ ਵਜੋਂ ਚੰਨੀ ਨੂੰ ਵਰਤ ਕੇ ਸਾਡੇ ਸਮਾਜ ਦੀਆਂ ਵੋਟਾਂ ਲੈਣ ਲਈ ਇਸਤੇਮਾਲ ਕੀਤਾ। ਇਲੈਕਸ਼ਨ ਤੋਂ ਬਾਅਦ ਚੰਨੀ ਮੁੱਖ ਮੰਤਰੀ ਨਹੀਂ ਹੋਏਗਾ, ਇਹ ਸਾਬਤ ਵੀ ਹੋ ਰਿਹਾ ਜੀ। ਤੋ ਇਸ ਕਰਕੇ ਸਾਨੂੰ ਜਿਹੜਾ ਆ ਪਾਰਟੀਆਂ ਦੇ ਲਾਲਚਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ। ਇਦਾਂ ਹੀ ਕੇਜਰੀਵਾਲ ਦਿੱਲੀ ਦੇ ਵਿੱਚ ਕੁਝ ਕਰਕੇ ਨਹੀਂ ਦਿਖਾਇਆ ਤੇ ਇੱਥੇ ਬਹੁਤ ਵੱਡੇ ਵੱਡੇ ਜਿਹੜੇ ਆ ਸੁਪਨੇ ਦਿਖਾ ਰਿਹਾ। ਤੇ ਜੇ ਵੋਟ ਸਾਡੀ ਹੈ ਤੇ ਅਸੀਂ ਆਪਣਾ ਰਾਜ ਲੈਣ ਵਾਸਤੇ ਆਪਣਾ ਗਠਬੰਧਨ ਨੂੰ ਜਿਤਾ ਕੇ ਵੀ ਇੱਕ ਵਾਰ ਦੇਖ ਲਈਏ, ਕਿਉਂਕਿ ਕੇਜਰੀਵਾਲ ਦਾ ਰਾਜ ਉੱਥੇ ਚੱਲਦਾ, ਕਾਂਗਰਸ ਦਾ ਰਾਜ ਬੇਸ਼ੁਮਾਰ ਵਾਰ ਦੇਖ ਚੁੱਕੇ ਆ। ਕਿਤੇ ਗਠਬੰਧਨ ਦੀ ਸਰਕਾਰ ਬਣਾ ਕੇ ਬਹੁਜਨਾਂ ਦਾ ਭਲਾ ਜੇ ਆਪਾਂ ਕਰਨਾ ਚਾਹੁੰਦੇ ਆ ਤਾਂ ਬਹੁਜਨ ਸਮਾਜ ਪਾਰਟੀ ਨੂੰ ਇੱਕ ਵਾਰ ਜਿੱਥੇ ਜਿੱਥੇ ਸਾਡੇ ਕੈਂਡੀਡੇਟ ਖੜੇ ਆ ਉਹਨਾਂ ਨੂੰ ਵੀ ਅਜਮਾਈਏ, ਔਰ ਗਠਬੰਧਨ ਦੇ ਚਾਹੇ ਅਕਾਲੀ ਦਲ ਦੇ ਆ ਉਹਨਾਂ ਨੂੰ ਵੀ ਮੌਕਾ ਦੇ ਕੇ, ਕਿਉਂਕਿ ਸਾਡਾ ਸਮਾਜ ਜਿਹੜਾ ਆ ਉਹ ਅਗਿਆਨਤਾ ਦੇ ਵਿੱਚ ਆ। ਅੱਜ ਵੀ ਐਜੂਕੇਸ਼ਨ ਸਾਡੇ ਕੋਲ ਖੋਈ ਜਾ ਰਹੀ ਆ, ਨੌਕਰੀਆਂ ਸਾਡੇ ਸਮਾਜ ਨੂੰ ਨਹੀਂ ਮਿਲਦੀਆਂ। ਜਿਹੜਾ ਬੱਚਾ, ਲੜਕੀ ਲੜਕਾ ਕੋਈ ਪੜ੍ਹਦਾ ਉਹ ਵਿਦੇਸ਼ਾਂ 'ਚ ਜਾ ਕੇ ਉਹਨਾਂ ਦੀ ਨੌਕਰੀ ਕਰਦੇ ਪਏ ਆ। ਤੇ ਇਸ ਕਰਕੇ ਇਹ ਅੰਦੋਲਨ ਜਿਹੜਾ ਮੈਂ ਤੁਹਾਨੂੰ ਦੱਸਾਂ ਕਿ ਸਾਹਿਬ ਕਾਂਸ਼ੀ ਰਾਮ ਕਹਿੰਦੇ ਹੁੰਦੇ ਸੀ ਵੀ ਮੈਂ ਜਿਹੜਾ ਅਸ਼ੋਕ ਸਮਰਾਟ ਵਰਗਾ ਭਾਰਤ ਨੂੰ ਜਿਹੜਾ ਬਣਾਉਣਾ ਚਾਹੁੰਦਾ ਬਈ ਉਹਦੇ ਸੁਪਨਿਆਂ ਦਾ ਰਾਜ ਹੋਣਾ ਚਾਹੀਦਾ। ਜਦੋਂ ਅਸੀਂ ਹੁਣ ਆਪਾਂ ਡਾਕਟਰ ਅੰਬੇਡਕਰ ਪਾਰਕ ਦੇ ਵਿੱਚ ਸਮਰਾਟ ਅਸ਼ੋਕ ਦਾ ਸਟੈਚੂ ਲਾਉਣ ਜਾ ਰਹੇ ਆ, ਉਹਦੀ ਮੈਂ ਹਿਸਟਰੀ ਪੜ੍ਹੀ ਹੈ ਔਰ ਉਹ ਦੰਗ ਰਹਿ ਜਾਂਦੇ ਆ ਬਈ ਉਹ ਸ਼ਾਸਕ ਹੁੰਦੇ ਹੋਏ ਦੁਨੀਆ ਜਿੱਤ ਲਈ, ਪਰ ਜਿਹੜਾ ਵਿਚਾਰ ਧਾਰਕ ਇੱਕ ਬੁੱਧਿਸਟ ਸੀ ਉਹਨੇ ਉਹਨੂੰ ਜਿੱਤ ਲਿਆ। ਕਿ ਅਸ਼ੋਕ ਨੂੰ ਉਹਨੇ ਕਿਹਾ ਕਿ ਦਿਲਾਂ ਤੇ ਰਾਜ ਕਰਨਾ ਬਹੁਤ ਔਖਾ ਤੇ ਦਿਲਾਂ ਤੇ ਰਾਜ ਕਰ।
ਉਹਦੇ ਲਈ ਉਹਨੇ ਜਿਹੜੇ ਅਪਾਜ ਘਰ, ਬੇਸ਼ੁਮਾਰ ਵਿਸ਼ਰਾਮ ਘਰ, ਔਰ ਜਿਹੜੇ ਆਪਾਂ ਮੀਲ ਮੀਲ ਤੇ ਜਿਹੜੇ ਆ ਖੂਹ ਜੀ ਖੁਦਵਾਏ, ਹੁਣ ਪਬਲਿਕ ਦੀ ਸੇਵਾ ਕੀਤੀ ਸੀ। ਇਦਾਂ ਹੀ ਪਰਮ ਪੂਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਦੋਂ ਸੰਵਿਧਾਨ ਦਿੱਤਾ ਤਾਂ ਪੂਰੇ ਭਾਰਤ ਵਿੱਚ ਜਿਹੜੇ ਆ ਸਕੂਲ ਖੋਲੇ ਗਏ ਸੀ। ਇਸ ਕਰਕੇ ਆਪਾਂ ਨੂੰ ਜਿਹੜਾ ਆ ਇਹ ਮੌਕਾ, ਜਦੋਂ ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਜਦੋਂ ਚੋਣਾਂ ਆਉਂਦੀਆਂ ਤੇ ਚੋਣਾਂ ਜਿਹੜੀਆਂ ਸਮਾਜਿਕ ਪਰਿਵਰਤਨ ਦੀ ਤਬਦੀਲੀ ਦਾ ਜਿਹੜਾ ਜਰੀਆ ਹੁੰਦਾ, ਭਾਵੇਂ 2 ਸਾਲਾਂ ਬਾਅਦ ਆਉਣ ਚੋਣਾਂ, ਔਰ ਇਹਦੇ ਬਹੁਜਨ ਸਮਾਜ ਨੂੰ ਇਹਦਾ ਬੈਨੀਫਿਟ ਹੈ। ਇਸ ਕਰਕੇ ਹੁਣ ਜੇ ਸਾਨੂੰ ਮੌਕਾ ਮਿਲਿਆ ਤੇ ਇਹ ਸਾਨੂੰ ਸੱਤਾ ਪਰਿਵਰਤਨ, ਸਮਾਜਿਕ ਪਰਿਵਰਤਨ ਤੇ ਆਰਥਿਕ ਪਰਿਵਰਤਨ ਕਰਨ ਵਾਸਤੇ ਸੱਤਾ ਦਾ ਪਰਿਵਰਤਨ ਕਰਨਾ ਬਹੁਤ ਜ਼ਰੂਰੀ ਹੈ ਜੀ ਬੇਗਮਪੁਰਾ ਬਸਾਉਣਾ ਸਰ। ਬਿਲਕੁਲ ਜੀ ਇਸਕੌਲ ਸਾਹਿਬ, ਪਰ ਇਹ ਗੱਲ ਕੁਝ ਜਿਹੜੀ ਸਮਾਜ ਦੇ ਵਿੱਚੋਂ ਗੱਲ ਸਾਹਮਣੇ ਆ ਰਹੀ ਹੈ, ਪਰਿਵਰਤਨ ਕਰਨ ਦੇ ਲਈ ਇਸ ਇਲੈਕਸ਼ਨ, ਇਸ ਚੋਣਾਂ 2022 ਦੀਆਂ ਚੋਣਾਂ ਦਾ ਬੇਸਬਰੀ ਦੇ ਨਾਲ ਸਭ ਲੋਕਾਂ ਨੂੰ ਇੰਤਜ਼ਾਰ ਸੀ। ਖਾਸ ਕਰਕੇ ਐਸਸੀ ਸਮਾਜ ਨੂੰ ਬੜਾ ਇੰਤਜ਼ਾਰ ਸੀ ਕਿ 2022 ਦੀਆਂ ਚੋਣਾਂ ਆ ਰਹੀਆਂ ਤੇ ਇਸ ਵਾਰ ਅਸੀਂ ਤਬਦੀਲੀ ਲੈ ਕੇ ਆਵਾਂਗੇ, ਗੁਰੂ ਸਾਹਿਬਾਨਾਂ ਦਾ ਸੁਪਨਾ ਪੂਰਾ ਕਰਨ ਦੇ ਲਈ ਅਸੀਂ ਆਪਣਾ ਵੋਟ ਪਾ ਕੇ ਯੋਗਦਾਨ ਪਾਵਾਂਗੇ। ਪਰ ਜਿਵੇਂ ਤੁਸੀਂ ਗਠਬੰਧਨ ਦੀ ਗੱਲ ਕੀਤੀ, ਗਠਬੰਧਨ ਨੂੰ ਸਪੋਰਟ ਕਰਨ ਦੀ ਗੱਲ ਕੀਤੀ, ਵੋਟ ਕਰਨ ਦੀ ਗੱਲ ਕੀਤੀ ਹੈ, ਪਰ ਬਹੁਤ ਸਾਰੇ ਲੋਕ ਜਿਹੜੇ ਉਹ ਗੱਲ ਇਹ ਸਮਾਜ ਦੇ ਵਿੱਚੋਂ ਸਾਹਮਣੇ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਸ ਵਾਰ ਬਹੁਜਨ ਸਮਾਜ ਪਾਰਟੀ ਦਾ ਜੋ ਸਮਝੌਤਾ ਹੈ, ਬਹੁਤਾ ਚੰਗਾ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਵੀ ਨਹੀਂ ਕੀਤਾ ਆਪਣੇ ਰਾਜਕਾਲ ਦੇ ਦੌਰਾਨ, ਤੇ ਇਸ ਵਾਰ ਸਮਝੌਤਾ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ, ਤੇ ਇਸ ਕਰ ਵੀ ਕਿਤੇ ਨਾ ਕਿਤੇ ਜਿਹੜੇ ਮੁਰਝਾਏ ਹੋਏ ਚਿਹਰੇ ਜਾਂ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਨਿਰਾਸ਼ਾ ਜਿਹੜੀ ਵੋਟਰਾਂ ਸਪੋਰਟਰਾਂ ਦੇ ਵਿੱਚ ਦਿਖਾਈ ਦੇ ਰਹੀ, ਉਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ? ਜਦੋਂ ਇਹ ਸੱਤਾ 'ਚ ਰਹੇ ਆ ਤੇ ਅਕਾਲੀ ਦਲ ਵੀ ਤਾਂ ਬੀਜੇਪੀ ਦੇ ਇਸ਼ਾਰੇ ਤੇ ਬਹੁਜਨ ਸਮਾਜ ਦੇ ਲੋਕਾਂ ਦਾ ਇਨੀ ਵੀ ਨੁਕਸਾਨ ਹੀ ਕੀਤਾ। ਇਸ ਕਰਕੇ ਜਿਹੜਾ ਨਿਰਾਸ਼ਾ ਆ, ਲੇਕਿਨ ਅਸੀਂ ਕਹਿੰਦੇ ਫਿਰ ਵੀ ਕੋਈ ਗੱਲ ਨਹੀਂ ਬਈ ਇਹ ਵੀ ਜਿਹੜੇ ਆ ਗੁਰੂਆਂ ਦੀ ਜੇ ਸੱਚਮੁੱਚ ਸੋਚ ਤੇ ਚੱਲ ਪੈਣ, ਜਿਹੜੇ ਗੁਰੂ ਚਾਹੁੰਦੇ ਸੀ ਕਿ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਹੋ, ਤੇ ਬਹੁਜਨ ਸਮਾਜ ਪਾਰਟੀ ਦਾ ਤਾਂ ਕਨਸੈਪਟ ਹੀ ਇਹ ਆ। ਇਸ ਕਰਕੇ ਅੱਜ ਜਿਹੜਾ ਆ ਲੋੜ ਸੀ ਗਠਬੰਧਨ ਦੀ, ਤੇ ਅੱਜ ਸਾਨੂੰ ਜਿਹੜਾ ਆ ਉਹ ਪਿਛਲਾ ਗਲਤੀਆਂ ਨੂੰ ਭੁਲਾ ਕੇ ਸਾਨੂੰ ਅੱਜ ਗਠਬੰਧਨ ਮਜ਼ਬੂਤ ਕਰਨਾ ਚਾਹੀਦਾ। ਲੇਕਿਨ ਇਦਾਂ ਆ ਬਈ ਇਹ ਜਿਹੜੀ ਹੈ ਬਹੁਜਨ ਸਮਾਜ ਪਾਰਟੀ ਹੈ, ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸੀ ਬਈ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਬਹੁਜਨ ਸਮਾਜ ਪਾਰਟੀ ਪੁੱਛੇਗੀ, ਕਿਉਂਕਿ ਇਹ ਜਿਹੜੀ ਹੈ ਅਪਮਾਨਿਤ, ਪਛੜੇ ਹੋਏ, ਜਿਨ੍ਹਾਂ ਦੀ ਕੋਈ ਇਨਸਾਨ ਹੁੰਦੇ ਹੋਏ ਪੁੱਛ ਪੜਤਾਲ ਨਹੀਂ, ਬਹੁਜਨ ਸਮਾਜ ਪਾਰਟੀ ਉਹਨਾਂ ਦੀ ਜਿਹੜੀ ਪੁੱਛ ਪੜਤਾਲ ਕਰੇਗੀ। ਇਸੇ ਤਰ੍ਹਾਂ ਉਹਨਾਂ ਨੇ ਜੰਮੂ ਕਸ਼ਮੀਰ 'ਚ ਸਾਨੂੰ MLA ਵੀ ਦਿੱਤੇ ਸੀ। ਲੇਕਿਨ ਸਾਨੂੰ ਆਪਣਾ ਜਿਹੜਾ ਇਹ ਜੋ ਭੈਣ ਜੀ ਦਾ ਤਿਆਗ ਆ, ਤਪੱਸਿਆ ਆ, ਉਹਨੂੰ ਦੇਖਦੇ ਹੋਏ ਪੰਜਾਬ ਦੀ ਲੀਡਰਸ਼ਿਪ ਨੂੰ ਮੈਂ ਇਹ ਵੀ ਕਹਾਂਗਾ, ਚਲੋ ਅੱਜ ਤਾਂ ਹੁਣ ਗੱਲ ਕਰਨ ਵਾਲੀ ਨੇ, ਲੇਕਿਨ ਸਾਨੂੰ ਆਪਣਾ ਜਿਹੜਾ ਕਲਚਰ ਆ, ਇਹ ਵਰਕ ਦੀ ਪਾਰਟੀ ਆ, ਵਰਕਰ ਦੀ ਪਾਰਟੀ ਆ, ਵਰਕ ਦੇ ਉੱਤੇ ਇਹ ਡਿਪੈਂਡ ਆ। ਮੀਡੀਆ ਵੀ ਇਹਦਾ ਵਰਕਰ ਆ ਤੇ ਸੰਗਠਨ ਵੀ ਇਹਦਾ ਵਰਕਰ ਆ, ਤੇ ਜੇ ਇਹ ਕੰਮ ਨਿਰੰਤਰ ਅਸੀਂ ਜਿਹੜਾ ਜਾਰੀ ਰੱਖਣਾ ਤੇ ਸਾਨੂੰ ਦੂਸਰੀਆਂ ਪਾਰਟੀਆਂ ਦੇ ਵਾਂਗੂ ਆਪਣਾ ਜਿਹੜਾ ਕਲਚਰ ਆ ਉਹ ਖਰਾਬ ਨਹੀਂ ਕਰਨਾ ਚਾਹੀਦਾ। ਕਿਉਂਕਿ ਭ੍ਰਿਸ਼ਟਾਚਾਰ ਜਿਹੜਾ ਆ ਉਹ ਜਿਸ ਪਾਰਟੀ ਦੇ ਵਿੱਚ ਫੈਲਦਾ, ਜਿਵੇਂ ਹੁਣ ਪੈਸੇ ਲੈ ਕੇ ਟਿਕਟਾਂ ਦੀ ਦੇਣ ਕਰਦੇ ਆ, ਵੀ ਆਮ ਪਾਰਟੀ ਨੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ, ਤੇ ਸਾਡੇ ਵੀ ਜਿਹੜੇ ਆ ਉਹ ਕਈ ਤਰ੍ਹਾਂ ਦੇ ਦੋਸ਼ ਸਾਡੇ ਤੇ ਵੀ ਲੱਗਦੇ ਆ, ਤੇ ਸਾਨੂੰ ਜਿਹੜਾ ਆ ਦੋਸ਼ ਰਹਿਤ ਪਾਰਟੀ ਜਿਹੜੀ ਰੱਖਣੀ ਚਾਹੀਦੀ ਆ। ਕਿਉਂਕਿ ਇਸ ਮੌਕੇ ਜਿਹੜੇ ਆ ਇਹ ਸਾਹਿਬ ਕਾਂਸ਼ੀ ਰਾਮ ਵਰਗੇ ਜਾਂ ਭੈਣ ਕੁਮਾਰੀ ਮਾਇਆਵਤੀ ਵਰਗੇ ਬਾਰ-ਬਾਰ ਲੀਡਰ ਪੈਦਾ ਨਹੀਂ ਹੋਣੇ। ਤੋਂ ਅੱਜ ਸੰਗਠਨ ਜਿਹੜਾ ਆ ਉਹ ਸਾਨੂੰ ਗਠਬੰਧਨ ਦੀ ਵੀ ਨਿਰਭਰਤਾ ਜਦੋਂ ਹੁੰਦੀ ਆ ਨਾ, ਉਹ ਜਦੋਂ ਕਮਜ਼ੋਰ ਹੁੰਦਾ ਉਦੋਂ ਹੀ ਗਠਬੰਧਨ ਦੀ ਲੋੜ ਪੈਂਦੀ ਆ। ਜੇ ਅਸੀਂ ਜਿੰਨੀ ਸਾਡੀ ਸੰਖਿਆ ਆ, ਅਸੀਂ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਲਈਏ ਤੇ ਸਾਡਾ ਗੱਠਜੋੜ ਵੀ ਮਜ਼ਬੂਤ, ਜਿਹੜਾ ਸੀਟਾਂ ਵੀ ਸਾਨੂੰ ਵੱਧ ਮਿਲ ਸਕਦੀਆਂ। ਇਸ ਕਰਕੇ ਜਦੋਂ ਅਸੀਂ ਨਿਰਭਰ ਹੁੰਦੇ ਆ ਫਿਰ ਅਗਲੇ ਦੇ ਉੱਤੇ ਡਿਪੈਂਡ ਹੁੰਦੇ ਆ। ਤੋ ਸਾਨੂੰ ਪਹਿਲਾਂ ਤਾਂ ਇਹ ਆ ਬਈ ਦੋਸ਼ਾਂ ਤੋਂ ਰਹਿਤ ਆਪਣੇ ਆਪ ਨੂੰ ਰੱਖਣਾ ਚਾਹੀਦਾ। ਅੱਜ ਜਿਹੜੇ ਆ ਬਸਪਾ ਨੂੰ ਛੱਡ ਕੇ ਜਾ ਰਹੇ ਆ, ਉਹ ਕਾਫੀ ਬੰਦੇ ਜਿਹੜੇ ਨਿਰਾਸ਼ ਔਰ ਕਾਰਗੁਜ਼ਾਰੀ ਤੋਂ ਵੀ, ਲੀਡਰਸ਼ਿਪ ਦੀ ਤੋਂ ਨਿਰਾਸ਼ ਆ। ਤੋ ਇਸ ਕਰਕੇ ਜਿਹੜਾ
ਸਾਨੂੰ ਆਪਣੇ ਇਹ ਅੰਦਰ ਵੀ ਪੜਚੋਲ ਕਰਨੀ ਚਾਹੀਦੀ ਹੈ ਬਈ ਕਿਤੇ ਜੇ ਕਿਤੇ ਸਾਡੀਆਂ ਗਲਤੀਆਂ ਕਰਕੇ ਬਸਪਾ ਕਮਜ਼ੋਰ ਪੈਂਦੀ ਹੈ ਤਾਂ ਉਹਨਾਂ ਗਲਤੀਆਂ ਨੂੰ ਦੂਰ ਕਰਨਾ ਕੌਲ ਚਾਹੀਦਾ। ਸਾਹਿਬ ਜਿਵੇਂ ਤੁਸੀਂ ਸੂਬੇ ਦੇ ਸਕੱਤਰ ਹੋ ਇਸ ਵੇਲੇ ਮੌਜੂਦਾ ਇੰਚਾਰਜ ਬਹੁਜਨ ਸਮਾਜ ਪਾਰਟੀ ਦੇ ਇੰਚਾਰਜ ਹੋ ਪੰਜਾਬ ਦੇ ਤੇ ਨਾਲ ਕੀ ਕਹਿਣਾ ਚਾਹੋਗੇ ਕਿ ਇਲੈਕਸ਼ਨ ਚੋਣਾਂ ਦਾ ਵੇਲਾ ਨਾਜ਼ੁਕ ਸਮਾਂ ਚੱਲ ਰਿਹਾ ਤੇ ਇਸ ਸਮੇਂ ਦੇ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਵਿੱਚੋਂ ਇੱਕ ਨਵੀਂ ਹੋਰ ਪਾਰਟੀ ਨਿਕਲ ਜਾਣੀ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ, ਜਿਵੇਂ ਬੀਤੇ ਸਮੇਂ ਇੱਕ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਇੱਕ ਵੱਡੀ ਮਹਾਨ ਮੀਟਿੰਗ ਹੋਈ ਜਿਹਦੇ ਵਿੱਚ ਉੱਥੇ ਬਹੁਤ ਲੋਕ ਵੱਡੇ ਪੱਧਰ ਤੇ ਜਿਹੜੇ ਪਹੁੰਚੇ। ਉਹਨਾਂ ਨੇ ਪੰਜਾਬ ਬਹੁਜਨ ਸਮਾਜ ਪਾਰਟੀ ਨਾਮ ਦੀ ਇੱਕ ਪਾਰਟੀ ਬਣਾਈ। ਪਾਰਟੀ ਦੀ ਲੀਡਰਸ਼ਿਪ ਤੋਂ ਨਿਰਾਸ਼ ਲੋਕਾਂ ਨੇ ਤੇ ਉਸ ਤੋਂ ਬਾਅਦ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਬਾਏ ਬਾਏ ਕਹਿ ਕੇ ਕਾਂਗਰਸ ਦੇ ਵਿੱਚ ਵੀ ਚਲੇ ਗਏ। ਕਿਤੇ ਨਾ ਕਿਤੇ ਲੱਗਦਾ ਵੀ ਇਹ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ, ਦੇਖੋ ਤੁਸੀਂ ਹਾਈ ਕਮਾਂਡ ਦਾ ਹਿੱਸਾ ਹੈ ਕਿਉਂਕਿ ਪਿਛਲੇ ਸਮੇਂ ਤੁਸੀਂ ਸੂਬੇ ਦੇ ਸਕੱਤਰ ਸੀ, ਹੁਣ ਇੰਚਾਰਜ ਹੋ, ਤੁਸੀਂ ਵੀ ਜ਼ਿੰਮੇਵਾਰ ਹੋ ਕਿ ਕਿਉਂ ਨਿਰਾਸ਼ ਹੋ ਕੇ ਜਾ ਰਹੇ ਨੇ, ਜਦ ਕਿ 1991 ਦੀ ਜੇ ਗੱਲ ਫੜਦੇ ਆ ਤਾਂ ਉਸ ਵੇਲੇ 9 MLA ਸਾਹਿਬ ਕਾਂਚੀ ਰਾਮ ਜੀ ਦੀ ਮੌਜੂਦਗੀ ਦੇ ਵਿੱਚ ਬਣੇ ਸੀਗੇ। ਉਸ ਤੋਂ ਬਾਅਦ ਜ਼ੀਰੋ ਨਹੀਂ ਟੁੱਟੀ ਹਾਲੇ ਤੱਕ ਤੇ ਇਸ ਵਾਰ ਗਠਬੰਧਨ ਤੇ ਬਾਅਦ ਗਠਬੰਧਨ ਹੋਣ ਦੇ ਬਾਵਜੂਦ ਵੀ ਜੇ ਜ਼ੀਰੋ ਨਹੀਂ ਟੁੱਟਦੀ ਜਾਂ ਇੱਕ ਦੋ ਹੀ ਸੀਟਾਂ ਲੈ ਹੁੰਦੀਆਂ ਤਾਂ ਉਹ ਵੀ ਕੋਈ ਬਹੁਤ ਵੱਡੀ ਮੱਲ ਮਾਰਨ ਵਾਲੀ ਗੱਲ ਨਹੀਂ ਹੈ। ਰਾਜ ਭਾਗ ਦੇ ਵਿੱਚ ਬਰਾਬਰਤਾ ਵਾਲਾ ਹਿੱਸਾ ਤੇ 9 MLA ਵੀ ਜੇ ਨਾ ਬਣਾ ਸਕੇ ਤਾਂ ਸਾਹਿਬ ਕਾਂਚੀ ਰਾਮ ਨਾਲੋਂ ਵੀ ਪਿੱਛੇ ਤੁਸੀਂ ਰਹਿ ਜਾਂਦੇ ਆ। ਤੇ ਨਾਲ ਦੂਜੀ ਗੱਲ ਇਹ ਵੀ ਹੈ, ਉਸ ਵੇਲੇ ਮੀਡੀਆ ਯੁੱਗ ਨਹੀਂ ਸੀ, ਅੱਜ ਸੋਸ਼ਲ ਮੀਡੀਆ ਵੀ ਤੁਹਾਡੀ ਸਪੋਰਟ ਕਰ ਰਿਹਾ, ਮੀਡੀਆ ਵੀ ਤੁਹਾਡੀ ਸਪੋਰਟ ਕਰ ਰਿਹਾ। ਉਸ ਵੇਲੇ ਆਰਥਿਕ ਜਿਹੜਾ ਸਮਾਜ ਆਰਥਿਕ ਪੱਖੋਂ ਕਮਜ਼ੋਰ ਸੀ, ਹੁਣ ਆਰਥਿਕ ਪੱਖੋਂ ਵੀ ਮਜ਼ਬੂਤ ਹੈ, ਪੈਸੇ ਦੀ ਵੀ ਤੁਹਾਡੀ ਸਪੋਰਟ ਕਰ ਰਹੇ ਨੇ ਤੇ ਨਾਲ ਹੁਣ ਗਿਆਨਵਾਨ ਵੀ ਹੈ, ਸਮਾਜਿਕ ਤੌਰ ਤੇ ਵੀ ਇੱਕ ਫਿਰ ਬਿਆਨਾ ਘਟਨਾ ਬਾਅਦ ਦੇ ਵਿੱਚ ਵਾਪਰੀ ਹੈ, ਉਹਦੇ ਨਾਲ ਵੀ ਸਮਾਜ ਦੇ ਵਿੱਚ ਇਨਕਲਾਬ ਆਇਆ, ਸਮਾਜ ਇਕੱਠਾ ਹੋਇਆ। ਉਸ ਤੋਂ ਬਾਅਦ ਤੁਗਲਕਾਬਾਦ ਘਟਨਾ ਵਾਪਰੀ ਹੈ, ਉਹਦੇ ਨਾਲ ਵੀ ਸਮਾਜ ਇਕੱਠਾ ਹੋਇਆ। ਉਸ ਤੋਂ ਬਾਅਦ ਸੰਵਿਧਾਨ ਦੀ ਘਟਨਾ ਵਾਪਰੀ ਹੈ, ਉਹਦੇ ਵਿੱਚ ਵੀ ਸਮਾਜ ਜਿਹੜਾ ਉਹ ਇਕੱਠਾ ਹੋਇਆ। ਸਮਾਜ ਇਕੱਠਾ ਹੋਣਾ ਚਾਹੁੰਦਾ, ਵੋਟਰ ਇਕੱਠੇ ਹੋਣੇ ਚਾਹੁੰਦੇ ਨੇ। ਕਿਤੇ ਨਾ ਕਿਤੇ ਲੱਗਦਾ ਵੀ ਜਿਹੜੀ ਸਾਡੀ ਲੀਡਰਸ਼ਿਪ ਆ ਉਹਦੀ ਨਲਾਇਕੀ ਦੇ ਕਰਕੇ ਸਮਾਜ ਇਕੱਠਾ ਨਹੀਂ ਹੋ ਰਿਹਾ, ਸਮਾਜ ਜਿਹੜਾ ਹੈ ਵੱਖ-ਵੱਖ ਪਾਰਟੀਆਂ ਵੱਲ ਜਾ ਰਿਹਾ, ਮੌਜੂਦਾ ਹਾਲਾਤਾਂ ਦੇ ਵਿੱਚ ਵੀ ਜਾ ਰਿਹਾ। ਉਹਦੇ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝੋਗੇ? ਦੇਖੋ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਹੈਗੀਆਂ ਜੀ ਜਿਹਦੇ ਕਰਕੇ ਮਤਲਬ ਸੰਗਠਨ ਟੁੱਟਦਾ ਜਾ ਰਿਹਾ। ਉਹਦੇ ਵਿੱਚ ਸਵਾਰਥ ਵੀ ਭਾਰੂ ਆ ਤੇ ਪੈਸਾ ਭਾਰੂ ਆ। ਜਦੋਂ ਅਸੀਂ ਸਵਾਰਥ ਦੇ ਮਾਰੇ ਨਵੇਂ ਬੰਦਿਆਂ ਨੂੰ ਯਕਦਮ ਅੱਗੇ ਕਰ ਦਿੰਨੇ ਆ ਤੇ ਉਹ ਆਉਂਦਾ ਪੈਸੇ ਖਰਚਦਾ ਸਵਾਰਥ ਲਈ। ਜਦੋਂ ਉਹਦਾ ਸਵਾਰਥ ਨਹੀਂ ਪੂਰਾ ਹੁੰਦਾ ਤੇ ਫਿਰ ਉਹ ਦੋਸ਼ ਵੀ ਲਾਉਣ ਲੱਗ ਪੈਂਦਾ, ਫਿਰ ਉਹ ਛੱਡ ਕੇ ਵੀ ਚਲ ਜਾਂਦਾ। ਹੁਣ ਜਿੱਦਾਂ ਕਈ ਬੰਦੇ ਰਾਜਨੀਤੀ 'ਚ ਸਿਰਫ MLA MP ਬਣਨ ਵਾਸਤੇ ਆਉਂਦੇ ਆ, ਸੋਚ ਨੂੰ ਅੱਗੇ ਲਿਜਾਣ ਦੀ ਖਾਤਰ, ਬੇਗਮਪੁਰੇ ਨੂੰ ਵਸਾਉਣ ਦੀ ਖਾਤਰ। ਸਾਨੂੰ ਗਿਲੇ ਸ਼ਿਕਵੇ ਭੁਲਾ ਕੇ 2022 ਦੇ ਵਿੱਚ ਜਿੱਦਾਂ ਵੀ ਆ ਉਹ ਰਿਜ਼ਲਟ ਦੇਣੇ ਚਾਹੀਦੇ ਆ। ਕਿਉਂਕਿ ਅੱਜ ਯੂਪੀ ਦੇ ਵਿੱਚ ਜਿਹੜਾ ਸਾਰਾ ਮੀਡੀਆ ਰਾਹੀਂ ਜ਼ੋਰ ਪਿਆ ਵੀ 5ਵੀਂ ਵਾਰ ਭੈਣ ਕੁਮਾਰੀ ਮਾਇਆਵਤੀ ਜੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਜਾ ਰਹੇ ਆ ਤੇ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਕੁਝ ਸਿੱਖਣਾ ਚਾਹੀਦਾ। ਜਿਵੇਂ ਤੁਸੀਂ ਵਿੱਚ ਹਲਕੀ ਜਿਹੀ ਗੱਲ, ਮਾਨਯੋਗ ਚਰਨਜੀਤ ਸਿੰਘ ਜੀ ਚੰਨੀ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਮੌਜੂਦਾ ਹੈਗੇ ਨੇ, ਹੁਣ ਤਾਂ ਚਲੋ ਚੋਣ ਜਾਬਤਾ ਲੱਗਿਆ, ਐਲਾਨ ਨਹੀਂ ਕੀਤੇ ਜਾ ਸਕਦੇ। ਪਹਿਲੋਂ ਬਹੁਤ ਸਾਰੇ ਉਹਨਾਂ ਨੇ ਐਲਾਨ ਕੀਤੇ ਨੇ, ਤਰ੍ਹਾਂ ਦੇ ਐਲਾਨ, ਯੂਨੀਵਰਸਿਟੀਆਂ ਦੀ ਨੀਂਹ ਪੱਥਰ ਦੇ ਐਲਾਨ ਕੀਤੇ, ਖਾਸ ਕਰਕੇ SC ਵਰਗ ਦੇ ਬੇਜ਼ਮੀਨੇ ਲੋਕਾਂ ਦੇ ਕਰਜ਼ੇ ਮਾਫੀ ਦੇ ਐਲਾਨ ਕੀਤੇ, ਪਲਾਟਾਂ ਦੇ ਐਲਾਨ ਕੀਤੇ, ਜਾਂ ਹੋਰ ਵੀ ਬਹੁਤ ਸਾਰੇ ਐਲਾਨ ਕੀਤੇ। ਕੀ ਕਹਿਣਾ ਚਾਹੋਗੇ ਉਹ ਐਲਾਨ ਜਿਹੜੇ ਕੀਤੇ ਨੇ ਉਹਦਾ ਲੋਕਾਂ ਤੱਕ ਫਾਇਦਾ ਜਾਂ ਉਹਦੀ ਸਚਾਈ ਵੀ ਪਹੁੰਚੀ ਹੈ ਜਾਂ ਇਕੱਲੇ ਐਲਾਨ ਹੀ ਰਹੇ ਨੇ? ਇਹ SC ਦੇ ਜਰੀਏ ਤਾਂ ਗੁੜਾ ਸਾਹਿਬ ਹੁਣ ਹੀ ਨਹੀਂ ਐਲਾਨ ਕੀਤੇ ਆ ਜੀ। ਜਿਹੜਾ ਪਹਿਲਾਂ ਇਹ ਆਜ਼ਾਦੀ ਪਾਰਟੀ ਬਣੀ ਆ, ਕਾਂਗਰਸ का हाथ गरीब के साथ, ਤੇ ਕਿਆ ਗਰੀਬੀ ਦੂਰ ਹੋਈ ਹੈ ਜੀ। ਐਲਾਨ ਅੱਜ ਦੇ ਥੋੜੇ ਕਰਦੇ ਰਹੇ ਆ। ਇਹ ਤਾਂ ਬਾਊ ਜਗਜੀਵਨ ਰਾਮ ਨੂੰ ਕਿਹਾ ਸੀ ਵੀ ਅਸੀਂ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣਾਉਣਾ 1977 ਚ, ਉਹਦੇ ਨਾਂ ਤੇ ਵੋਟਾਂ ਲਈਆਂ
ਤੇ ਮਗਰੋਂ ਨਹੀਂ ਉਹਨੂੰ ਪੁੱਛਣ ਲੱਗ ਪਿਆ ਜੀ ਤੁਸੀਂ ਹਾਰ ਕਿਹਦੇ ਪਾਉਣਾ। ਇਸੇ ਤਰ੍ਹਾਂ ਇਹਨਾਂ ਨੂੰ ਮੁੱਖ ਮੰਤਰੀ ਜਿਹੜਾ ਲਿਆ ਕੇ ਇਸਤੇਮਾਲ ਕੀਤਾ, ਔਰ ਇਸਤੇਮਾਲ ਕਰਨ ਤੋਂ ਬਾਅਦ ਐਲਾਨ ਹੋਇਆ। ਐਲਾਨ ਹੋਣਾ ਇੱਕ ਹੋਰ ਚੀਜ਼ ਆ, ਪ੍ਰੈਕਟੀਕਲੀ ਕੰਮ ਹੋਣਾ ਹੋਰ ਚੀਜ਼ ਆ। ਤੇ ਜੇ ਇਹਨਾਂ ਨੇ ਕੰਮ ਸੱਚੀ ਮੁੱਚੀ ਕਰਨਾ ਹੀ ਆ, ਗਰੀਬਾਂ ਦੇ ਪਤਾ ਇਹਨਾਂ ਨੂੰ ਵੀ ਪੰਜਾਬ 'ਚ ਕਿੰਨੇ % ਸ਼ਡਿਊਲ ਕਾਸਟ ਆ, ਇਹਨਾਂ ਦੀ ਆਬਾਦੀ ਕਿੰਨੀ ਆ, ਬੇਰੁਜ਼ਗਾਰ ਕਿੰਨੇ ਆ ਹੈ, ਤੇ ਐਜੂਕੇਸ਼ਨ ਤੋਂ ਵਾਂਝੇ ਕਿੰਨੇ ਆ, ਤੇ ਇਹ ਪਹਿਲਾਂ ਜਿਹੜੇ ਆ ਇਹ ਪ੍ਰੈਕਟੀਕਲੀ 4.5 ਸਾਲ ਦੇ ਵਿੱਚ ਕੰਮ ਕਰਕੇ ਹੀ ਦਿਖਾ ਦਿੰਦੇ। ਠੀਕ ਹੈ ਨੀ। ਆਪਾਂ ਲਾਗੇ ਜਾ ਕੇ ਇਲੈਕਸ਼ਨਾਂ ਦੇ ਇਹ ਤਾਂ ਟ੍ਰੈਂਡ ਬਣ ਗਿਆ ਵੀ ਵੋਟਾਂ ਲੈਣ ਲਈ ਸੜਕਾਂ ਲੋਕਾਂ ਦੀਆਂ ਪਟ ਦਿਖਾ ਦਿਓ ਵੀ ਡਿਵੈਲਪਮੈਂਟ ਬਹੁਤ ਹੋ ਰਹੀ ਆ, ਐਲਾਨ ਕਰਨੇ ਸ਼ੁਰੂ ਕਰ ਦਿਓ। ਜਿਹੜਾ ਕੰਮ ਆ, ਕੰਮ ਨਿਰੰਤਰ ਤੁਹਾਨੂੰ ਵੋਟ ਜਿਹੜੀ ਲੋਕਾਂ ਨੇ ਪਾਉਂਦੇ ਆ ਉਹ ਕੰਮ ਕਰਨ ਵਾਸਤੇ ਪਾਉਂਦੇ ਆ। ਇਸ ਕਰਕੇ ਇੱਕ ਵਾਰ ਜਿੱਥੇ ਜਿੱਥੇ ਤੁਸੀਂ ਇੰਨਾ ਚਿਰ ਅਜਮਾਉਂਦੇ ਰਹੇ, ਮੈਂ ਤਾਂ ਇਹ ਕਹਿਣਾ ਆਪਣੇ ਐਸੀ ਭਾਈਚਾਰੇ ਨੂੰ ਇਹ ਕਹਿਣਾ ਕਿ ਜਿੱਥੇ ਤੁਸੀਂ ਇੰਨਾ ਚਿਰ ਉਹਨਾਂ ਨੂੰ ਮੌਕਾ ਦਿੱਤਾ, ਹੁਣ ਤਾਂ ਐਲਾਨ ਸੁਣ ਰਹੇ ਆ, ਕਿਤੇ ਆਪਣਾ ਜਲਵਾ ਵੀ ਦੇਖ ਲਓ, ਕਿਤੇ ਆਪਣਿਆਂ ਨੂੰ ਵੋਟ ਪਾ ਕੇ ਦੇਖ ਲਓ ਬਈ ਇਹ ਕੀ ਕਰਦੇ ਆ। ਬਦਲ ਤਾਂ ਤੁਸੀਂ ਤੁਹਾਡੇ ਹੱਥ ਬਾਵਰ ਆ, ਬਦਲ ਤਾਂ ਫੇਰ ਵੀ ਸਕਦੇ ਆ। ਬਿਲਕੁਲ ਜੀ, ਬਦਲ ਤਾਂ ਫੇਰ ਵੀ ਸਕਦੇ। 5 ਸਾਲ ਕੋਈ ਬਹੁਤੇ ਦੂਰ ਨਹੀਂ ਹੁੰਦੇ, ਵਿਚਕਾਰ ਵੀ ਕਈ ਵਾਰ ਸਰਕਾਰਾਂ ਟੁੱਟ ਜਾਂਦੀਆਂ। ਜਿਵੇਂ ਸਾਹਿਬ ਕੰਚੀ ਰਾਮ ਜੀ ਕਹਿੰਦੇ ਸੀਗੇ ਕਿ ਮਜ਼ਬੂਤ ਸਰਕਾਰ ਨਹੀਂ, ਮਜਬੂਰ ਸਰਕਾਰ ਬਣਾਓ। ਇਦਾਂ ਦੀ ਬਣਾਓ ਕਿ ਜਿਹੜੇ ਲੋਕਾਂ ਦੇ ਹੱਥ ਦੇ ਵਿੱਚ ਸੰਘੀ ਸਰਕਾਰ ਦੀ ਰਵੇ। ਕੌਲ ਸਾਹਿਬ, ਜਿਵੇਂ ਤੁਹਾਡਾ ਗਠਬੰਧਨ ਹੈ, ਤੁਹਾਡਾ ਗੱਠਜੋੜ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ, ਇਸ ਵਾਰ ਕਿਹੜੇ ਮੁੱਦਿਆਂ ਦੇ ਉੱਤੇ ਤੁਸੀਂ ਲੜਾਈ ਲੜ ਰਹੇ ਹੋ? ਕਿਹੜੇ ਮੁੱਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਵੋਟ ਮੰਗਣ ਦੇ ਲਈ ਜਾ ਰਹੇ ਹੋ? ਐਤਕੀ ਤੁਹਾਡਾ ਜਿਹੜੇ ਖਾਸ ਜਿਹੜੇ ਵਿਸ਼ੇ ਉਹ ਕਿਹੜੇ ਨੇ? ਦੇਖੋ, ਮੇਨ ਤਾਂ ਜਿਹੜੀ ਹੈ, ਜਿਹੜਾ ਅੱਜ ਤਾਈਂ ਪੂਰਾ ਹੀ ਨਹੀਂ ਹੋਇਆ, ਮੇਨ ਤਾਂ ਟੌਪਿਕ ਉਹੀ ਹੈ ਜੀ, ਜਿਹੜੇ 13 ਨੁਕਾਤੀ ਪ੍ਰੋਗਰਾਮ ਐਲਾਨ ਹੋਇਆ ਗਠਬੰਧਨ ਵੱਲੋਂ ਜੀ, ਉਹ ਵੀ ਉਹੀ ਹੈ ਕਿ ਜਿਹੜਾ ਮਤਲਬ ਮਾਈ ਖੀਵੀ ਦੇ ਤਹਿਤ 2000 ਰੁਪਏ ਮਹੀਨਾ ਰਸੋਈ ਦੇ ਵਿੱਚ ਹਰ ਔਰਤ ਨੂੰ ਮਿਲੇਗਾ ਜੀ। ਸਿੱਖਿਆ ਨੂੰ ਲੈ ਕੇ ਜੀ ਹੈ, ਵਿਦੇਸ਼ਾਂ ਵਿੱਚ ਜਾਣ ਵਾਲੇ ਪੜ੍ਹਨ ਵਾਲੇ ਬੱਚਿਆਂ ਵਾਸਤੇ ਸਿੱਖਿਆ ਨੂੰ ਲੈ ਕੇ, ਔਰ ਖੇਤੀਬਾੜੀ ਦੇ ਵਿੱਚ ਜਿਹੜੀਆਂ ਸਹੂਲਤਾਂ ਨੂੰ ਲੈ ਕੇ, ਬਿਜਲੀ ਪਾਣੀ ਹਰ ਤਰ੍ਹਾਂ। ਇਹੀ ਸਾਡੇ ਜਿਹੜੇ ਮੁੱਦੇ ਤਾਂ ਉਹੀ ਆ ਵੀ ਬੇਰੁਜ਼ਗਾਰੀ, ਗਰੀਬੀ ਹੈ, ਉਹਨਾਂ ਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ, ਕਿੰਨੇ ਜਿਹੜੇ ਆ ਮਤਲਬ ਭਰਤੀ ਕਿੰਨੀ ਕੀਤੀ ਜਾਊਗੀ, ਇਹ ਸਾਰਾ ਮੁੱਦੇ ਜਿਹੜੇ ਆ, ਇਹ ਮੁੱਢਲੀ ਜਿਹੜੀ ਹੈ ਪ੍ਰੋਬਲਮ ਤੇ ਉਹਨਾਂ ਦਾ ਹੱਲ ਉਹੀ ਲੈ ਕੇ ਜਾ ਰਹੇ ਆ। ਬਿਲਕੁਲ ਜੀ, ਇਹ ਜਿਹੜੇ ਨੁਕਾਤੀ ਪ੍ਰੋਗਰਾਮ ਤੁਸੀਂ ਬਣਾਏ ਨੇ, ਪਰ ਇਹ ਬਹੁਤ ਨਿਰਾਸ਼ਾ ਹੈ ਲੋਕਾਂ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ 800 ਸਕੂਲ ਬੰਦ ਕਰ ਦਿੱਤਾ ਗਿਆ ਸੀ, ਜਿੱਥੇ ਆਮ ਵਰਗ, ਆਮ ਲੋਕਾਂ ਦੇ ਬੱਚੇ ਜਿਹੜੇ ਵਿੱਦਿਆ ਹਾਸਲ ਕਰਦੇ ਸੀ, ਗ੍ਰਹਿਣ ਕਰਦੇ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਤੋਂ ਹੁਣ ਤੱਕ ਪੰਜਾਬ ਦੇ ਵਿੱਚ 2200 ਸਕੂਲ ਇਦਾਂ ਦਾ ਜਿੱਥੇ ਬੱਚੇ ਪੜਨ ਜਾਂਦੇ ਨੇ 7ਵੀਂ ਕਲਾਸ ਤੱਕ, 40-40, 50-50 ਬੱਚੇ ਪੜ੍ਹਦੇ ਨੇ, ਪਰ ਅਧਿਆਪਕ ਇੱਕ ਵੀ ਨਹੀਂ ਹੈ। ਸਕੂਲਾਂ ਦੇ ਹਾਲਾਤ ਟਾਟ ਬੋਰੀ ਤੱਕ ਵੀ ਸਕੂਲਾਂ ਦੇ ਵਿੱਚ ਨਹੀਂ ਮਿਲ ਰਿਹਾ। ਉਹ ਅਧਿਆਪਕ ਜਿਹੜੇ ਨੇ, ਮੁਖੀ ਜਿਹੜੇ ਨੇ, ਉਹ ਪਿੰਡਾਂ ਦੇ ਵਿੱਚ NRI ਸੱਜਣ, ਦਾਨੀ ਸੱਜਣਾ ਦੀ ਮਦਦ ਦੇ ਨਾਲ ਉਹ ਸਕੂਲਾਂ ਨੂੰ ਚਲਾਉਣ ਲਈ ਮਜਬੂਰ ਨੇ। ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾ ਤੱਕ, ਡਾਕਟਰ ਤੱਕ, ਟੀਕਾ ਤੱਕ, ਕਿਸੇ ਨੂੰ ਪੱਟੀ ਤੱਕ ਨਹੀਂ ਮਿਲਦਾ। ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਵੀ ਇਦਾਂ ਦੇ ਹੀ ਹਾਲਾਤ ਰਹੇ ਨੇ। ਤੇ ਜੇ ਗੱਲ ਕਰੀਏ ਬੇਰੁਜ਼ਗਾਰੀ ਦੀ, ਤੇ ਘਰ ਘਰ ਦੇ ਵਿੱਚ ਬੱਚੇ ਡਿਗਰੀ, ਡਿਪਲੋਮਾ ਡਿਗਰੀਆਂ, ਮਾਸਟਰ ਡਿਗਰੀਆਂ ਕਰਕੇ ਜਿਹੜੇ ਬੇਰੁਜ਼ਗਾਰ ਧੱਕੇ ਖਾਣ ਲਈ ਮਜਬੂਰ ਨੇ। ਹਾਲਾਤ ਬਹੁਤੇ ਮਾੜੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ ਤੇ ਲੋਕ ਕਿਸ ਆਸ ਦੇ ਨਾਲ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਡੇ ਗਠਬੰਧਨ ਨੂੰ ਵੋਟਾਂ ਪਾਉਣਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਹਿਲਾਂ ਵੀ ਬੇੜਾ ਗਰਕ ਕੀਤਾ ਹੈ ਪੰਜਾਬ ਦਾ, ਤੇ ਹੁਣ 2022 ਦੀ ਜਿਹੜੀ 14 ਫਰਵਰੀ ਹੈ ਉਦੋਂ ਜੇ ਵੋਟਾਂ ਪਾ ਵੀ ਦਿੱਤੀਆਂ, 15 ਮਾਰਚ ਨੂੰ ਜੇ ਨਤੀਜਾ ਆ ਵੀ ਗਿਆ ਵੀ ਗਠਬੰਧਨ ਦੀ ਸਰਕਾਰ ਵਾ, ਤਦ ਵੀ ਚਿਹਰੇ ਤਾਂ ਉਹੀ ਹੋਣੇ ਨੇ। ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਤੇ ਨਾਲ 2-3 ਡਿਪਟੀ ਮੁੱਖ ਮੰਤਰੀ ਲਾ ਲੈਣਗੇ, ਤੇ 1-2 ਸੀਟਾਂ ਜੇ ਬਹੁਜਨ ਸਮਾਜ ਪਾਰਟੀ ਕੱਢ ਵੀ ਗਈ, ਤਦ ਵੀ ਕੋਈ ਪੰਜਾਬ ਦੇ ਹਾਲਾਤ, ਪੰਜਾਬ ਦਾ ਜਿਹੜਾ ਮਾਹੌਲ, ਪੰਜਾਬ ਦਾ ਵਾਤਾਵਰਨ ਕੋਈ ਰੁਸ਼ਨਾਉਂਦਾ ਦਿਖਾਈ ਨਹੀਂ ਦੇ ਰਿਹਾ, ਭਵਿੱਖ ਦਿਖਾਈ ਨਹੀਂ ਦੇ ਰਿਹਾ, ਜਿਹਦੇ ਨਾਲ ਜਿਸ ਸਮਾਜ ਨੇ ਕਦੇ
ਇੱਥੋਂ ਗੋਰਿਆਂ ਨੂੰ ਕੱਢਣ ਦੇ ਲਈ ਜਾਨਾਂ ਕੁਰਬਾਨ ਕੀਤੀਆਂ ਤੇ ਅੱਜ ਸਾਡੇ ਬੱਚਿਆਂ ਨੂੰ, ਨੌਜਵਾਨਾਂ ਨੂੰ ਉਹਨਾਂ ਕੋਲ ਗੁਲਾਮ ਹੋਣ ਲਈ ਜਾਣਾ ਪੈ ਰਿਹਾ। ਕੋਈ ਭਵਿੱਖ ਨਹੀਂ ਚੰਗਾ ਦਿਖਾਈ ਦੇ ਰਿਹਾ। ਕੀ ਤੁਸੀਂ ਭਰੋਸਾ ਦਵੋਗੇ ਲੋਕਾਂ ਨੂੰ ਕਿ ਇਸ ਆਸ ਦੇ ਨਾਲ ਤੁਸੀਂ ਵੋਟ ਪਾਓ ਤੇ ਅਸੀਂ ਤੁਹਾਡੇ ਭਰੋਸੇ ਤੇ ਉਤਰਾਂਗੇ? ਦੇਖੋ, ਜਿਹੜਾ ਸ਼੍ਰੋਮਣੀ ਜਿਹੜੀ ਅਕਾਲੀ ਦਲ ਹੈ, ਬਾਦਲ ਆ ਜੀ, ਅਕਾਲੀ ਦਲ ਬਾਦਲ ਪਹਿਲਾਂ ਜਿਹੜਾ ਬੀਜੇਪੀ ਨਾਲ ਗਠਬੰਧਨ ਚ ਰਿਹਾ, ਗਠਬੰਧਨ ਦੇ ਤਹਿਤ ਜਿਹਦੇ ਨਾਲ ਸੈਂਟਰ ਦੇ ਵਿੱਚ ਪਾਵਰਫੁਲ ਰਹੀ ਆ ਬੀਜੇਪੀ, ਪਾਵਰਫੁਲ ਉਹਨੂੰ ਚਲਾਉਂਦੇ ਜਿਹੜੇ ਆ ਬੀਜੇਪੀ ਚਲਾਉਂਦੀ ਸੀ ਅਕਾਲੀ ਦਲ ਨੂੰ, ਤੇ ਉਹਦੇ ਇਸ਼ਾਰੇ ਤੇ ਚੱਲੀ ਆ। ਹੁਣ ਜਿਹੜਾ ਸਮਝੌਤਾ ਆ ਇਹ ਭੈਣ ਕੁਮਾਰੀ ਮਾਇਆਵਤੀ ਜੀ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਰਲ ਕੇ ਕੀਤਾ ਆ ਜੀ। ਜਿਵੇਂ ਉੱਤਰ ਪ੍ਰਦੇਸ਼ ਵਿੱਚ ਭੈਣ ਜੀ ਨੇ ਬੇਸ਼ੁਮਾਰ ਸੰਵਿਧਾਨ ਲਾਗੂ ਕਰਨ ਲਈ ਸੰਵਿਧਾਨ ਦੇ ਅਨੁਸਾਰ ਜਿਹੜਾ ਕੰਮ ਕੀਤਾ, ਹਰ ਇਨਸਾਨ ਦੀ ਜਿਹੜੀ ਜ਼ਰੂਰਤ ਪੂਰੀ ਕੀਤੀ ਹੈ, ਚਾਹੇ ਉਹ ਅੱਪਰ ਕਾਸਟ ਦਾ ਗਰੀਬ, ਚਾਹੇ ਕਿੱਦਾਂ ਵੀ, ਗੁੰਡਾ ਅਨਸਰ ਨੂੰ ਨੱਥ ਪਾਇਆ, ਠੀਕ ਹੈ ਜੀ। ਤੇ ਕਾਨੂੰਨ ਵਿਵਸਥਾ ਜਿਹੜੀ ਆ ਉਹ ਕਿੱਦਾਂ ਬਣਾ ਕੇ ਰੱਖਣੀ ਆ, ਉਹ ਅੱਜ ਮਿਸਾਲ ਬਣ ਚੁੱਕੀ ਆ। ਕਿਉਂਕਿ ਹਰ ਵਰਗ ਜਿਹੜਾ ਭੈਣ ਜੀ ਦੇ ਨਾਲ ਅੱਜ ਅੱਪਰ ਕਾਸਟ ਦਾ ਵੀ ਜੁੜਿਆ, ਤਾਂ ਉਹ ਇਹੀ ਆ ਵੀ ਜਿਹੜੀਆਂ ਉੱਥੇ ਕਿਡਨੈਪ ਹੁੰਦੇ ਸੀ, ਗੁੰਡਾ ਅਨਸਰ ਸੁਪਾਰੀਆਂ ਲੈਂਦੇ ਸੀ ਔਰ ਅਤਿਆਚਾਰ ਹੁੰਦੇ ਸੀ, ਇਹ ਸਾਰੀਆਂ ਚੀਜ਼ਾਂ ਨੂੰ ਬਹੁਜਨ ਸਮਾਜ ਪਾਰਟੀ ਨੇ ਨੱਥ ਪਾਈ ਆ ਉੱਤਰ ਪ੍ਰਦੇਸ਼ ਅੰਦਰ ਭੈਣ ਕੁਮਾਰੀ ਮਾਇਆਵਤੀ ਜੀ ਨੇ। ਤਾਂ ਅੱਜ ਜਦੋਂ ਸਾਡਾ ਗਠਬੰਧਨ ਆ, ਪਹਿਲਾਂ ਜਿੱਦਾਂ ਵੀ ਇਹ ਚੱਲਦੇ ਰਹੇ ਹੋਊਗੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ, ਅਗਰ ਅੱਜ ਜਿਹੜੀ ਸਰਕਾਰ ਬਣਦੀ ਬਹੁਜਨ ਸਮਾਜ ਪਾਰਟੀ ਦੇ ਸਾਥ ਸਹਿਯੋਗ ਦੇ ਨਾਲ ਗਠਬੰਧਨ ਦੀ, ਤੇ ਜਿਵੇਂ ਪੈਟਰਨ ਯੂਪੀ 'ਚ ਲਾਗੂ ਹੋਇਆ, ਇਦਾਂ ਦਾ ਹੀ ਪੈਟਰਨ ਪੰਜਾਬ ਅੰਦਰ ਲਾਗੂ ਹੋਏਗਾ। ਕਿਉਂਕਿ ਔਰਤਾਂ ਦੇ ਸਨਮਾਨ 'ਚ, ਔਰਤਾਂ ਦੇ ਜਿਹੜੀ ਭੈਣ ਜੀ ਦੀ ਕਾਰਗੁਜ਼ਾਰੀ ਤੋਂ ਤੁਸੀਂ ਦੇਖਿਆ ਹੋਣਾ ਬਈ ਜਿਹੜੀ 11 ਕੁੜੀ ਪੜ੍ਹਦੀ ਸੀ ਉਹਨੂੰ ਸਾਈਕਲ ਦਿੱਤਾ ਜਾਂਦਾ ਸੀ, +2 ਵਾਲੀ ਨੂੰ ਪੈਸੇ ਦਿੱਤੇ ਜਾਂਦੇ ਸੀ, ਜੰਮਦੀ ਬੱਚੀ ਨੂੰ ਜਿਹੜਾ ਉਹਦੇ ਨਾਂ ਤੇ ਬੀਮਾ ਕੀਤਾ ਜਾਂਦਾ ਸੀ। ਭਾਵ ਕਿ ਜਿਹੜਾ ਆ ਉਹ ਜਿਹੜੇ ਉੱਤਰ ਪ੍ਰਦੇਸ਼ 'ਚ ਮਹਾਪੁਰਸ਼ਾਂ ਦੇ ਨਾਂ ਤੇ ਕੰਮ ਹੋਏ ਆ, ਇਹ ਜਿਹੜੀ ਪਿਛਲੀ ਵਾਰੀ ਸਰਕਾਰ ਜਦੋਂ ਬਾਦਲ ਦੀ ਰਹੀ ਹੈ, ਉਦੋਂ ਫਿਰ ਉੱਤਰ ਪ੍ਰਦੇਸ਼ ਦੀ ਨਕਲ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਆ ਆਪਣੇ ਸਿੱਖ ਮਤ ਦੇ ਨਾਲ ਜਿਨ੍ਹਾਂ ਦੀਆਂ ਕੁਰਬਾਨੀਆਂ ਸੀ, ਉਹਨਾਂ ਦੇ ਪੈਟਰਨ ਤੇ ਪੰਜਾਬ ਵਿੱਚ ਵੀ ਉਹਨਾਂ ਦੀ ਡਿਵੈਲਪਮੈਂਟ ਉਦਾਂ ਦਾ ਬੱਚਿਆਂ ਵਾਸਤੇ ਸ਼ੁਰੂਆਤ ਕੀਤੀ ਗਈ ਸੀ। ਇਸ ਕਰਕੇ ਬਹੁਜਨ ਸਮਾਜ ਪਾਰਟੀ ਔਰ ਅਗਰ ਗੁਰੂਆਂ ਦੀ ਸੋਚ ਵਾਲੀ ਦੇ ਚੱਲਣ ਵਾਲੀ ਅਕਾਲੀ ਦਲ ਇਹ ਗਠਬੰਧਨ ਹੋਇਆ ਤੇ ਪਹਿਲੇ ਸਾਰੇ ਭੁੱਲ ਜਾਓ, ਹੁਣ ਪ੍ਰੈਕਟੀਕਲੀ ਸੰਵਿਧਾਨ ਔਰ ਲੋਕਾਂ ਵਾਸਤੇ ਕੰਮ ਹੋਣਗੇ। ਇਸ ਤਰ੍ਹਾਂ ਦੀ ਜਿਹੜੀ ਹੈ ਉਹ ਵਿਉਂਤਬੰਦੀ ਆ, ਕਿਉਂਕਿ ਪਹਿਲਾਂ ਮਨੂਵਾਦੀਆਂ ਨਾਲ ਸਮਝੌਤਾ ਸੀ, ਹੁਣ ਜਿਹੜਾ ਆ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਗੈਰ ਬਰਾਬਰੀ ਦੇ ਖਿਲਾਫ ਬਰਾਬਰਤਾ ਦੀ ਲੜਾਈ ਲੜ ਰਹੀ ਹੈ। ਤੇ ਇਸ ਕਰਕੇ ਹੁਣ ਜਦੋਂ ਕੰਮ ਹੋਏਗਾ ਤੇ ਜਿਨ੍ਹਾਂ ਜਿਹੜੇ ਗਰੀਬ ਨਿਮਾਣੇ ਨਿਤਾਣੇ ਜਿਹੜੇ ਅਰਦਾਸ ਅਸੀਂ ਕਰਦੇ ਆ, ਉਹ ਅਰਦਾਸ ਦੇ ਮੁਤਾਬਕ ਸੱਚਮੁੱਚ ਹੀ ਅਰਦਾਸ ਨੂੰ ਲਾਗੂ ਕੀਤਾ ਜਾਏਗਾ। ਲਾਗੂ ਕੀਤਾ ਜਾਏਗਾ, ਬਹੁਤ ਚੰਗੀ ਗੱਲ ਹੈ। ਕਿ ਕੌਲ ਸਾਹਿਬ ਗੱਲ ਇੱਥੇ ਬਹੁਜਨ ਸਮਾਜ ਦੀ ਆਂਦੀ ਹੈ, ਜਿਵੇਂ ਤੁਸੀਂ ਬਹੁਜਨ ਸਮਾਜ ਪਾਰਟੀ ਦੀ ਗੱਲ ਕੀਤੀ ਹੈ, ਬਹੁਜਨ ਸਮਾਜ ਦੇ ਨਾਲ ਨਾਲ ਤੁਸੀਂ 85% ਦੀ ਵੀ ਗੱਲ ਕਰਦੇ ਹੋ ਕਿ ਮਨੂਵਾਦ ਜਿਹੜਾ ਉਹ 15% ਤੇ ਬਹੁਜਨ ਸਮਾਜ ਜਿਹੜਾ 85% ਹੈ। ਕੀ ਕਾਰਨ ਰਿਹਾ ਹੁਣ ਤੱਕ ਅੱਜ ਦੇਸ਼ ਦੀ ਆਜ਼ਾਦੀ ਤੋਂ 75 ਸਾਲ ਬਾਅਦ ਵੀ ਆਸਰਾ ਲੈਣ ਦੀ ਲੋੜ ਪਈ ਹੈ ਜਾਂ ਆਸਰਾ ਦੇਣ ਦੀ ਲੋੜ ਪਈ ਹੈ? ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ 100 ਦੇ ਕਰੀਬ ਸੀਟਾਂ ਆ ਤੇ ਜਿਹੜੀਆਂ ਸਿਰਫ 20 ਸੀਟਾਂ ਜਿਹੜੀਆਂ ਬਹੁਜਨ ਸਮਾਜ ਪਾਰਟੀ ਇੱਕ ਪਾਸਕ ਦੇ ਬਰਾਬਰ, ਆਟੇ ਤੇ ਲੂਣ ਦੇ ਬਰਾਬਰ ਦੀ ਗੱਲ ਜੇ ਗੱਲ ਕਹੀਏ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਉਂਦੀ ਹੈ, ਤੇ ਉਹਦੇ ਵਿੱਚੋਂ ਕਿੰਨੀਆਂ ਜਿੱਤਦੇ? ਉਹਦੇ ਵਿੱਚੋਂ ਵੀ ਜੋ ਸਾਹਮਣੇ ਆਇਆ, ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਅਕਾਲੀ ਦਲ ਦੇ ਬੰਦੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਖੜੇ ਕਰ ਕਰਕੇ ਉਹ ਇਲੈਕਸ਼ਨ ਲੜਾ ਰਹੇ ਨੇ। ਤੇ ਬਹੁਜਨ ਸਮਾਜ ਪਾਰਟੀ ਅੱਜ ਕਿੱਥੇ ਖੜੀ ਹੈ? ਬਹੁਜਨ ਸਮਾਜ 85% ਜਿਹੜਾ ਆ ਕਿਉਂ ਨਹੀਂ ਇਕੱਠਾ ਹੋ ਸਕਿਆ ਹਜੇ ਤੱਕ? 85% ਤਾਂ ਉਹ ਆਰਾਮ ਦੇ ਨਾਲ ਸਰਬਸੰਮਤੀ ਦੇ ਨਾਲ ਵੀ ਰਾਜ ਭਾਗ ਲਿਆ ਜਾ ਸਕਦਾ ਸੀ ਜੇ ਇਕੱਠਾ ਤੁਸੀਂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ। ਜਿਵੇਂ ਸਾਹਿਬ ਕੰਚੀ ਰਾਮ ਜੀ ਨੇ ਅੰਦੋਲਨ ਸ਼ੁਰੂ ਕੀਤਾ ਸੀ, ਉਹ ਅੰਦੋਲਨ ਦੇ ਵਿੱਚ ਕਿੱਥੇ ਕ ਖੜੋਤ ਆ ਗਈ ਜਿਹੜਾ ਉਹ ਅੱਗੇ ਵਧਣ ਦੀ ਬਜਾਏ ਪਿੱਛੇ ਨੂੰ ਚਲੇ ਗਿਆ। ਕਿਸੇ ਵੇਲੇ ਅੱਜ ਤੋਂ 30 ਸਾਲ ਪਹਿਲਾਂ ਦੀ ਜੇ ਗੱਲ ਕਰੀਏ ਤਾਂ ਉਦੋਂ 9 MLA ਬਣਾਏ ਸੀ ਤੇ ਮੁੜ ਕੇ 0 ਨਹੀਂ ਟੁੱਟੀ। ਬਹੁਜਨ ਸਮਾਜ ਇਕੱਠਾ ਕਿਉਂ ਨਹੀਂ ਹੋ ਸਕਿਆ ਜਿਹੜਾ ਅੱਜ ਸਮਝੌਤੇ ਕਰਨ ਦੀ ਲੋੜ ਪੈ ਰਹੀ ਆ, ਹਿੱਸੇਦਾਰੀਆਂ ਲੈਣ ਦੀ ਲੋੜ ਪੈ ਰਹੀ ਹੈ? ਕਿਤੇ ਨਾ ਕਿਤੇ ਕਮਜ਼ੋਰੀ ਜੇ ਨਹੀਂ ਮਹਿਸੂਸ ਹੋ ਰਹੀ ਤੁਹਾਨੂੰ ਵੀ ਜਿੱਥੇ ਕਾਂਗਰਸ ਹੈ ਉਹ ਸਹਿਯੋਗ ਦੀ ਲੋੜ ਨਹੀਂ ਪੈ ਰਹੀ?
ਆਮ ਆਦਮੀ ਪਾਰਟੀ ਕਿਸੇ ਦੇਖੋ ਹੁਣ ਜਨਮ ਲੈ ਕੇ ਵੀ ਉਹ ਕਿਸੇ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ, ਇਕੱਲੇ ਮੈਦਾਨ ਦੇ ਵਿੱਚ ਨੇ। ਤੇ ਬਹੁਜਨ ਸਮਾਜ ਪਾਰਟੀ ਦੇਖੋ ਪਿਛਲੀ ਇਲੈਕਸ਼ਨ ਉਦੋਂ ਵਿੱਚ 4 ਇਲੈਕਸ਼ਨਾਂ ਜਿਹੜੀਆਂ ਉਹਦੇ ਵਿੱਚ ਜ਼ੀਰੋ ਨਹੀਂ ਟੁੱਟੀ। ਤੇ ਬਹੁਜਨ ਸਮਾਜ ਪਾਰਟੀ ਦੇ ਵਿੱਚ ਬਹੁਜਨ ਸਮਾਜ ਨੂੰ ਇਕੱਠੇ ਕਰਨ ਦੇ ਵਿੱਚ ਤੁਸੀਂ ਫੇਲ ਕਿਉਂ ਹੋਏ ਆ, ਜਾਂ ਇਸ ਵਾਰ ਵੀ ਤੁਸੀਂ ਕਿਉਂ ਨਹੀਂ ਇਦਾਂ ਦਾ ਕੋਈ ਤੁਹਾਡੀ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈਗੀ ਆ, ਪੰਜਾਬ ਦੀ ਲੀਡਰਸ਼ਿਪ ਲੈ ਲਈਏ, ਉੱਪਰ ਹਾਈ ਕਮਾਂਡ ਜਿਹੜੀ ਯੂਪੀ ਦੀ ਲਾ ਲਈਏ, ਤੇ ਕਿਤੇ ਨਾ ਕਿਤੇ ਫੇਲ ਜਿਹੇ ਨਜ਼ਰ ਆ ਰਹੇ, ਇਦਾਂ ਦਾ ਕੁਝ ਦਿਖਾਈ ਦੇ ਰਿਹਾ, ਕੀ ਕਾਰਨ ਰਿਹਾ ਹੁਣ ਤੱਕ? ਕਾਰਨ ਬਹੁਤ ਸਾਰੇ ਕਾਰਨ ਹੈ ਜੀ। ਵੀ ਜਦੋਂ ਸਮਾਜ ਤਿਆਰ ਹੁੰਦਾ, ਜਿਹੜੇ ਲੋਕਾਂ ਨੂੰ ਅਗਵਾਈ ਮਿਲਦੀ ਹੈ, ਕਈ ਵਾਰੀ ਉਹ ਸੰਗਠਨ ਤੋਂ ਉੱਪਰ ਸਮਝਣ ਲੱਗ ਪੈਂਦੇ ਆ, ਤੇ ਸੰਗਠਨ ਜਿਹੜਾ ਸਭ ਤੋਂ ਵੱਡਾ ਹੁੰਦਾ, ਇਸ ਕਰਕੇ ਕਈ ਵਾਰੀ ਉਹ ਆਪਣਾ ਵੀ ਨੁਕਸਾਨ ਕਰਦੇ, ਸੰਗਠਨ ਦਾ ਵੀ ਨੁਕਸਾਨ ਕਰਦੇ ਆ। ਜਿਹਦੇ ਵਿੱਚ ਤੁਸੀਂ ਦੇਖਿਆ ਹੀ ਆ ਵੀ ਜਿਨ੍ਹਾਂ ਨੂੰ ਸਾਹਿਬ ਨੇ ਵੀ ਤਿਆਰ ਕੀਤਾ ਸੀ, ਉਹ ਸੰਗਠਨ ਤੋਂ ਵੱਖਰੇ ਹੋ ਕੇ ਅੱਜ ਦੂਸਰੀਆਂ ਪਾਰਟੀਆਂ ਦੇ ਮਤਲਬ ਵਿੱਚ ਜਾਂਦੇ ਆ, ਤੇ ਮਿਲਦਾ ਉਹਨਾਂ ਨੂੰ ਕੱਖ ਨਹੀਂ ਹੈਗਾ। ਤੇ ਇਸ ਕਰਕੇ ਬਹੁਜਨ ਸਮਾਜ ਜਿਹੜਾ ਕੁਛ ਇਦਾਂ ਆ ਵੀ ਇਹਨਾਂ ਨੂੰ ਸੱਤਾ ਦਾ ਜਿਹੜਾ ਜਲਦੀ ਮਤਲਬ ਲਾਲਸਾ ਪੈਦਾ ਕੀਤੀ ਹੈ ਇਹਨਾਂ ਅੰਦਰ, ਲੇਕਿਨ ਕੇਡਰ ਲੈਸ ਜਿਹੜਾ ਸਮਾਜ ਹੋਣ ਦੇ ਕਰਕੇ ਕੇਡਰ ਤੋਂ ਅਜੇ ਵਾਂਝਾ ਆ। ਤੇ ਇਸ ਕਰਕੇ ਮਤਲਬ ਜਿਹੜੇ ਆ ਲੋਕ ਆਉਂਦੇ ਆ ਛੇਤੀ ਚਾਹੁੰਦੇ ਆ ਵੀ ਸਾਨੂੰ ਸਾਰਾ ਕੁਝ ਮਿਲ ਜਵੇ। ਇਹ ਜਿਹੜਾ ਇਦਾਂ ਦਾ ਮਤਲਬ ਬਹੁਜਨ ਸਮਾਜ ਪਾਰਟੀ ਇਦਾਂ ਨਹੀਂ ਹੈਗੀ ਵੀ ਹੌਲੀ ਆਪਾਂ ਨੂੰ ਇਹਦੇ ਵਿੱਚ ਕੁਰਬਾਨੀ ਦੇਣੀ ਪੈਣੀ, ਸੰਗਠਨ ਮਜ਼ਬੂਤ ਰੱਖਣਾ ਪੈਣਾ, ਤਾਂ ਹੀ ਜਦੋਂ ਅਸੀਂ ਗਠਬੰਧਨ ਉਦੋਂ ਹੀ ਕਰਨਾ ਪੈਂਦਾ ਜਦੋਂ ਅਸੀਂ ਕਮਜ਼ੋਰ ਹੁੰਦੇ ਆ, ਜਦੋਂ ਮਜਬੂਰ ਹੁੰਦੇ ਆ। ਤੇ ਇਸ ਕਰਕੇ ਮਜ਼ਬੂਤ ਸੰਗਠਨ ਦੇ ਵਿੱਚ ਮਜਬੂਰ ਕਰਕੇ ਸਮਝੌਤਾ ਕੀਤਾ ਜਾਂਦਾ, ਕਮਜ਼ੋਰ ਸੰਗਠਨ ਦੇ ਵਿੱਚ ਮਜਬੂਰ ਹੋ ਕੇ ਸਮਝੌਤਾ ਕੀਤਾ ਜਾਂਦਾ। ਇਸ ਕਰਕੇ ਅੱਜ ਕਈ ਵਾਰੀ ਅਸੀਂ ਦੇਖਦੇ ਵੀ ਆ ਬਈ ਸਾਡੀ ਜਿਹੜੀ ਹੈ ਉਹ ਗਠਬੰਧਨ ਦੀਆਂ ਸੀਟਾਂ ਵੀ ਅਲੱਦ ਬਲੱਦ ਹੋਈ ਜਾਂਦੀਆਂ, ਤੇ ਇਹ ਸਾਰਾ ਜਿਹੜਾ ਆ ਇਹ ਸਾਡੀ ਮਜਬੂਰੀ ਸਮਝ ਲਓ ਜਾਂ ਕਿੱਦਾਂ ਵੀ ਆ। ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਮਜ਼ਬੂਤੀ ਵਾਸਤੇ ਸਮਾਜ ਨੂੰ ਕੇਡਰ ਬੜਾ ਸਮਾਜ ਤਿਆਰ ਕਰਕੇ ਤਾਂ ਸੰਗਠਨ ਦੀ ਮਜ਼ਬੂਤੀ ਵੱਲ ਵਧਣਾ ਹੋਏਗਾ। ਇਹ ਜਿਹੜਾ ਸਟੈਪ ਆ, ਅੱਜ ਸਮਾਂ ਆ, ਇਹ ਚੋਣਾਂ ਵੀ ਮਜ਼ਬੂਤੀ ਦਾ ਇੱਕ ਕਾਰਨ ਹੁੰਦੀਆਂ ਵੀ ਜੇ ਤੁਸੀਂ ਇਹਨਾਂ ਦੇ ਵਿੱਚ ਵੀ ਸਮਾਜ 'ਚ ਹੱਲਾਸ਼ੇਰੀ ਦੇ ਕੇ ਆਪਣੀਆਂ ਸੀਟਾਂ ਕੱਢ ਲਓ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੇ ਵਿੱਚ ਹੌਸਲਾ ਤੇ ਹਿੰਮਤ ਵਧੇਗੀ, ਤੇ ਬਹੁਜਨ ਸਮਾਜ ਪਾਰਟੀ ਦੇ ਨਾਲ ਲੋਕ ਵੱਧ ਤੋਂ ਵੱਧ ਜੁੜਨਗੇ। ਬਿਲਕੁਲ ਜੀ। ਇਹ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈ 14 ਫਰਵਰੀ ਨੂੰ ਆ ਰਿਹਾ ਹੈ, ਤੇ 16 ਫਰਵਰੀ ਨੂੰ ਚੋਣਾਂ ਨੇ। ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਤਾਂ ਮਨਾਉਣਾ ਹੀ ਹੈ, ਚਾਅ ਤੇ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਉਣਾ ਹੀ ਹੈ, ਤੇ ਨਾਲ ਜੇਕਰ ਇਸ ਵਾਰ ਉਹਨਾਂ ਦਾ ਸੁਪਨਾ ਸੰਕਲਪ ਪੂਰਾ ਕਰ ਲਿਆ ਜਾਵੇ ਤੇ ਸੋਨੇ ਤੇ ਸੁਹਾਗਾ ਹੋਏਗਾ। ਲੰਬਾ ਸਮਾਂ ਹੋ ਗਿਆ, ਇਹ ਨਹੀਂ ਹੈ ਕਿ ਪਹਿਲਾਂ ਨਾਲੋਂ ਸਮਾਜ ਨੇ ਤਰੱਕੀ ਨਹੀਂ ਕੀਤੀ, ਤਰੱਕੀ ਕੀਤੀ ਆ, ਪਰ ਤਰੱਕੀ ਓਨੀ ਨਹੀਂ ਕੀਤੀ ਜਿੰਨੀ ਸਾਡੇ ਗੁਰੂ ਸਾਹਿਬਾਨ ਉਹਨਾਂ ਨੇ ਜਿੰਨੀਆਂ ਕੁਰਬਾਨੀਆਂ ਕੀਤੀਆਂ, ਜਿੰਨਾ ਉਹਨਾਂ ਦਾ ਮਿਸ਼ਨ ਸੀ, ਸੰਕਲਪ ਸੀ, ਜਿੰਨਾ ਉਹ ਕ੍ਰਾਂਤੀ ਲੈ ਕੇ ਆਉਣਾ ਚਾਹੁੰਦੇ ਸੀ, ਓਨੀ ਤਰੱਕੀ ਸਮਾਜ ਨੇ ਅਜੇ ਨਹੀਂ ਕੀਤੀ। ਉਹ ਉਸ ਵੇਲੇ ਦੇ ਮਨੂਵਾਦੀ ਸਿਸਟਮ ਦੇ ਵਿਰੁੱਧ ਲੜੇ, ਉਹ ਰਾਜਿਆਂ ਦੇ ਵਿਰੁੱਧ ਲੜਦੇ ਰਹੇ, ਤੇ ਆਪਣਾ ਰਾਜ ਭਾਗ ਸਥਾਪਿਤ ਕਰਨ ਦਾ ਉਹਨਾਂ ਨੇ ਸੰਕਲਪ ਲਿਆ ਸੀ। ਤੇ ਰਾਜ ਭਾਗ ਨੂੰ ਸਥਾਪਿਤ ਕਰਨ ਦਾ ਸਮਾਂ ਤੁਹਾਡੇ ਹੱਥ ਦੇ ਵਿੱਚ ਹੈ। 5 ਸਾਲ ਇੰਤਜ਼ਾਰ ਕਰਨ ਦੇ ਵਾਸਤੇ, 5 ਸਾਲ ਇੰਤਜ਼ਾਰ ਕਰਨ ਤੋਂ ਬਾਅਦ ਉਹ 5 ਸੈਕਿੰਡ ਦਾ ਟਾਈਮ ਆਉਂਦਾ। 5 ਸੈਕਿੰਡ ਦੇ ਵਿੱਚ ਉਹ ਕਿਤੇ ਤੁਸੀਂ दारू ਦੇ ਬੱਟੇ ਉਹ 5 ਸਕਿੰਟ ਜਿਹੜੇ ਉਹਦੀ ਕੀਮਤ ਨਾ ਪਾ ਦਿਓ, ਉਹ 5 ਸੈਕਿੰਡ ਦੀ ਕੀਮਤ ਆਟੇ ਦੀ ਥੈਲੀ ਨਾ ਪਾ ਦਿਓ, ਉਹ 5 ਸੈਕਿੰਡ ਦੀ ਕੀਮਤ ਕਿਸੇ ਧਾਰਮਿਕ ਆਗੂ ਦੇ ਮਗਰ ਲੱਗ ਕੇ ਨਾ ਤੁਸੀਂ ਉਹ ਗਵਾ ਦਿਓ, ਉਹ 5 ਸੈਕਿੰਡ ਦੇ ਵਿੱਚ ਕਿਤੇ ਆਪਣੀ ਜ਼ਮੀਰ ਨਾ ਵੇਚ ਦਿਓ। ਉਹ 5 ਸੈਕਿੰਡ ਨੂੰ ਦੁਬਾਰਾ ਉਡੀਕਣ ਦੇ ਲਈ ਫਿਰ 5 ਸਾਲ ਲੱਗ ਜਾਂਦੇ ਨੇ, ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ 75 ਸਾਲ ਲੱਗ ਗਏ ਨੇ। ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਸੰਕਲਪ ਦੀ ਗੱਲ ਕਰੀਏ ਤਾਂ 650 ਸਾਲ ਲੱਗ ਗਏ ਨੇ, ਤੇ ਉਹ 5 ਸੈਕਿੰਡ ਦਾ ਸਮਾਂ ਜਿਹੜਾ ਤੁਹਾਡੇ ਕੋਲ ਦੁਬਾਰਾ ਫਿਰ 1 ਮਹੀਨੇ ਤੱਕ ਆ ਰਿਹਾ। ਤੇ 14 ਫਰਵਰੀ ਨੂੰ ਆਸ ਹੈ
ਕਿ ਤੁਸੀਂ ਰਹਿਬਰਾਂ ਦਾ ਸੰਕਲਪ ਪੂਰਾ ਕਰਕੇ ਤੇ ਜਿਹੜਾ ਤੁਸੀਂ 16 ਫਰਵਰੀ ਨੂੰ ਪ੍ਰਕਾਸ਼ ਪੁਰਬ ਮਨਾਉਣਾ ਹੈ, ਆਸ ਹੈ ਕਿ ਤੁਸੀਂ ਆਪਣੇ ਰਾਜ ਭਾਗ ਆਪਣੇ ਰਾਜਕਾਲ ਦੇ ਦੌਰਾਨ ਮਨਾਇਓ। ਤੇ ਨਾਲ ਸਾਡੇ ਰਹਿਬਰ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਜਿਹੜੇ ਸਾਨੂੰ ਅਧਿਕਾਰ ਦਿੱਤੇ ਨੇ, ਉਹ 5 ਸੈਕਿੰਡ, ਉਹ ਤੁਸੀਂ ਸਿਰਫ ਤੇ ਸਿਰਫ 5 ਸੈਕਿੰਡ ਅੱਖਾਂ ਬੰਦ ਕਰਕੇ ਯਾਦ ਕਰ ਲਿਓ ਜਦੋਂ ਤੁਸੀਂ ਬਟਨ ਦਬਾਣਾ ਉਹ ਮਸ਼ੀਨ ਦਾ ਹੈ ਕਿ ਇਹ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਇਹ 5 ਸੈਕਿੰਡ ਦਾ ਸਮਾਂ ਬਟਨ ਦਬਾਉਣ ਦਾ, ਮੋਹਰ ਲਗਾਉਣ ਦਾ, ਵੋਟ ਦਾ ਜਿਹੜਾ ਅਧਿਕਾਰ ਦਿੱਤਾ, ਉਹਦੇ ਪਿੱਛੇ ਉਹਨਾਂ ਦੀ ਕਿੰਨੀ ਕੁਰਬਾਨੀ ਹੈ, ਕਿੰਨਾ ਉਹਨਾਂ ਨੇ ਉਸ ਵੇਲੇ ਅਪਮਾਨ ਸਹਿਆ। ਸਾਨੂੰ ਮਾਣ ਸਨਮਾਨ ਦੇਣ ਦੇ ਵਾਸਤੇ ਕਿਤੇ ਉਹ 5 ਸੈਕਿੰਡ ਦੀ ਕੀਮਤ ਇੱਕ ਬੋਤਲ ਪਿੱਛੇ ਨਾ ਗਵਾ ਦਿਓ। ਤੇ ਕੌਲ ਸਾਹਿਬ, ਆਖਰ ਤੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਆਪਣੇ ਵੋਟਰਾਂ, ਸਪੋਰਟਰਾਂ ਤੇ ਆਪਣੇ ਬਹੁਜਨ ਸਮਾਜ ਨੂੰ ਕਿ ਉਹ 5 ਸੈਕਿੰਡ ਜਿਹੜਾ ਆ, ਉਹ 5 ਸੈਕਿੰਡ ਦੇ ਲਈ 5 ਸਾਲ ਇੰਤਜ਼ਾਰ ਕਰਨਾ ਪੈਂਦਾ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲਾਂ ਅਨੇਕਾਂ ਵਾਰ 5 ਸੈਕਿੰਡ ਜਿਹੜੀ ਬਟਨ ਦਬਾਉਣ ਵਾਲਾ ਟਾਈਮ ਜਿਹੜਾ ਆ ਬਹੁਤ ਵਾਰ ਗਵਾ ਚੁੱਕੇ ਹੋ ਤੇ ਅਜੇ ਤੱਕ ਗਾਉਂਦੇ ਕਰਕੇ ਹੀ ਸਾਡੇ ਰਹਿਬਰਾਂ ਦਾ ਸੰਕਲਪ ਪੂਰਾ ਨਹੀਂ ਹੋ ਸਕਿਆ। ਤੇ ਇਸ ਵਾਰ ਬਿਲਕੁਲ ਮਾਹੌਲ ਜਿਹੜਾ ਤੱਤਾ ਹੋਣਾ, ਗਰਮ ਹੋਣਾ, ਹਰ ਇੱਕ ਨੇ ਉਸ ਵੇਲੇ ਪ੍ਰਭਾਤ ਫੇਰੀਆਂ ਕੱਢਦੇ ਹੋਣਾ ਤੇ ਹਰ ਇੱਕ ਨੇ ਨਗਰ ਕੀਰਤਨ ਸਜਾਉਂਦੇ ਹੋਣਾ, ਕੁਝ ਦਿਨਾਂ ਤੱਕ ਭੰਡਾਰ ਲੱਗੇ ਹੋਣੇ, ਗੁਰੂ ਘਰਾਂ ਨੂੰ ਰੋਸ਼ਨੀਆਂ ਤੇ ਰਸ਼ਨਾਉਂਦੇ ਹੋਣਾ ਤੇ ਕਿਤੇ ਸੱਚੀ ਮੁੱਚੀ ਆਪਣੇ ਜੀਵਨ ਨੂੰ, ਆਪਣੇ ਸਮਾਜ ਨੂੰ ਤੇ ਆਪਣੇ ਪੰਜਾਬ ਨੂੰ ਵੀ ਕਿਤੇ ਰਚਨਾ ਲੈਣ। ਕੀ ਅਪੀਲ ਕਰਨਾ ਚਾਹੋਗੇ ਆਖਰ ਤੇ? ਬੁੜਾ ਸਾਹਿਬ, ਅਪੀਲ ਤਾਂ ਇਹੀ ਆ ਕਿ ਕਿਤੇ ਭੁੱਲ ਨਾ ਜਾਇਓ ਆਪਣੇ ਮਹਾਂਪੁਰਸ਼ਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ। ਤੋ ਇਹ ਜਿਹੜੀ ਵੋਟ ਹੈ, ਵੋਟ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਤੁਹਾਨੂੰ ਜਿਹੜੀ ਲੈ ਕੇ ਦਿੱਤੀ ਹੈ, ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਬਹੁਤ ਵੱਡੇ ਵੱਡੇ ਮਹਾਬਲੀ, ਮਹਾਰਥੀ ਕੁਰਸੀ ਤੇ ਬਹਿੰਦੇ ਹੁੰਦੇ ਸੀ ਆਪਣੀ ਬਹੁਤ ਤਾਕਤ ਦੇ ਨਾਲ। ਉਹੀ ਤਾਕਤ ਜਿਹੜੀ ਹੈ ਗਰੀਬ ਤੇ ਅਪੰਗੂ ਦੇ ਵਿੱਚ, ਲਾਚਾਰ ਦੇ ਵਿੱਚ ਡਾਕਟਰ ਅੰਬੇਡਕਰ ਨੇ ਉਹ ਤਾਕਤ ਉਂਗਲੀ ਦੇ ਵਿੱਚ ਫਿੱਟ ਕੀਤੀ ਜੀ। ਔਰ ਸਾਨੂੰ ਕੋਈ ਕਿਰਪਾਨ ਚੱਕਣ ਦੀ ਲੋੜ ਨਹੀਂ। ਉਹ ਵੀ ਜਿਹੜੀ ਤਾਕਤ ਦਾ ਇਸਤੇਮਾਲ ਕਿੱਦਾਂ ਕਰਨਾ ਕਿ ਤੁਸੀਂ ਪਰਦੇ ਦੇ ਵਿੱਚ ਜਾ ਕੇ ਤੁਹਾਡੀਆਂ ਲੱਤਾਂ ਨਾ ਕੰਬਦੀਆਂ ਹੋਣ, ਤੁਸੀਂ ਆਪਣਾ ਰਾਜਾ ਪੈਦਾ ਕਰਨਾ। ਉਹ ਕੁਰਸੀ ਜਿਹੜੀ ਹੈ ਰਾਜਾ ਪੈਦਾ ਕਰਨ ਵਾਲੀ ਜਿਹੜੀ ਇੱਕ ਵੋਟ ਹੈ। ਤੋ ਇਸ ਕਰਕੇ ਜਿਹੜੀ ਸਾਹਿਬ ਕਾਂਸ਼ੀ ਰਾਮ ਜੀ ਦਾ ਜਿਹੜਾ ਉਹ 10 ਮਾਰਚ ਤੋਂ ਬਾਅਦ 15 ਮਾਰਚ ਨੂੰ ਉਹਨਾਂ ਦਾ ਜਨਮ ਦਿਨ ਆ ਰਿਹਾ ਤੇ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਖੁਸ਼ੀਆਂ ਨਾਲ ਮਨਾਇਆ ਜਾਵੇ ਬੜੀ ਧੂਮ-ਧਾਮ ਨਾਲ। ਤੇ 10 ਤਰੀਕ ਨੂੰ ਜਿਹੜਾ ਆ ਉਹ ਰਿਜ਼ਲਟ ਆਉਣ ਤੇ ਪੰਜਾਬ 'ਚ ਉਹਦੀ ਜਨਮ ਭੂਮੀ ਦੇ ਸਾਹਿਬ ਕਾਂਸ਼ੀ ਰਾਮ ਜੀ ਦੇ ਸੁਪਨਿਆਂ ਦਾ ਜਿਹੜਾ ਉਹ ਸਾਕਾਰ ਕਰਨ ਵਾਸਤੇ ਬਈ ਹੁਕਮਰਾਨ ਬਣੋ। ਮੈਂ ਆਪਣੇ ਸਮਾਜ ਨੂੰ, ਵੋਟਾਂ ਵਾਲਿਆਂ ਨੂੰ ਜਿਹੜਾ ਉਹ ਰਾਜ ਲਿਆਉਣਾ ਚਾਹੁੰਦਾ ਤੇ ਜਿਨ੍ਹਾਂ ਦੀਆਂ ਵੋਟਾਂ 100 ਚੋਂ 15 ਆ, ਉਹਨਾਂ ਦਾ ਰਾਜ ਜਿਹੜਾ ਆ ਉਹ ਪੂੰਜੀਪਤੀਆਂ, ਰਜਵਾੜਿਆਂ ਦਾ ਰਾਜ ਜਿਹੜਾ ਉਹ ਖਤਮ ਕਰਨਾ ਚਾਹੁੰਦੇ ਆ। ਤੇ ਇਸ ਕਰਕੇ ਰਾਜ ਵੋਟਾਂ ਵਾਲਿਆਂ ਦਾ ਜੇ ਚਾਹੁੰਦੇ ਆ ਤੇ ਵੋਟਾਂ ਸਾਡੀਆਂ ਆ ਆਪਣੇ ਸਾਰੇ ਸਰਬ ਸਮਾਜ ਨੂੰ। ਕਿਉਂਕਿ ਭੈਣ ਜੀ ਨੇ ਅਪਰ ਕਾਸਟ ਦੇ ਵਿੱਚੋਂ ਵੀ ਜਿਹੜੇ ਗਰੀਬ ਆ ਉਹਨਾਂ ਦੀ ਵੀ ਚੋਣ ਕਰਕੇ ਉਹਨਾਂ ਨੂੰ ਜਿਹੜਾ 85 ਦੇ ਨਾਲ 90% ਕਰ ਦਿੱਤਾ। ਬਈ 90% ਜਿਹੜੇ ਲੋਕ ਆ ਜਿਹੜੇ ਇਸ ਦੇਸ਼ ਦੇ ਅੰਦਰ ਦਬੇ ਕੁਚਲੇ ਪਛੜੇ ਲਤਾੜੇ ਸਮਾਜ ਦੇ ਲੋਕ ਆ। ਤੋ ਇਸ ਕਰਕੇ ਆਹੀ ਅਪੀਲ ਹੈ ਕਿ ਆਓ ਰਲ ਮਿਲ ਕੇ ਜਿਹੜਾ 14 ਫਰਵਰੀ ਨੂੰ ਆਪਾਂ ਗਠਬੰਧਨ ਦੇ ਤਹਿਤ ਜਿਹੜੀ ਹੈ ਪੰਜਾਬ ਅੰਦਰ ਸਰਕਾਰ ਬਣਾਈਏ ਤੇ ਸਾਹਿਬ ਕਾਂਸ਼ੀ ਰਾਮ ਦਾ ਸੁਪਨਾ ਪੂਰਾ ਕਰੀਏ। ਇਹੀ ਅਪੀਲ ਹੈ ਜੀ। ਬਿਲਕੁਲ ਜੀ। ਇਹਨੇ ਰਮੇਸ਼ ਕੌਲ ਜੀ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਸੂਬੇ ਦੇ ਇੰਚਾਰਜ ਨੇ ਔਰ ਸਾਬਕਾ ਜਨਰਲ ਸੈਕਟਰੀ ਨੇ ਔਰ ਫਗਵਾੜਾ ਦੇ ਅੰਦਰ ਕਈ ਵਾਰ MC ਬਣ ਚੁੱਕੇ ਨੇ ਔਰ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੇ ਨਾਂ ਤੇ ਡਾਕਟਰ BR ਅੰਬੇਡਕਰ ਪਾਰਕ ਹਦੀਆਬਾਦ ਦੇ ਅੰਦਰ ਬਣਾਈ ਹੈ ਔਰ ਰਹਿਬਰਾਂ ਦੇ ਸਟੈਚੂ ਲਾ ਕੇ ਉਹਨਾਂ ਦਾ ਸੰਕਲਪ ਪੂਰਾ ਕਰਨ ਦੇ ਲਈ ਇੱਥੋਂ ਮਹਾਨ ਸਮੇਂ-ਸਮੇਂ ਤੇ ਮੇਲੇ ਵੀ ਲੱਗਦੇ ਨੇ ਸਮਾਜ ਨੂੰ ਜਾਗਰੂਕ ਕਰਨ ਦੇ ਵਾਸਤੇ, ਸਮਾਜ ਨੂੰ ਗਿਆਨਵਾਨ ਕਰਨ ਦੇ ਵਾਸਤੇ ਔਰ ਸਮਾਜ ਨੂੰ ਸਾਡੇ ਰਹਿਬਰਾਂ ਦਾ ਜੋ ਅਸਲ ਮਿਸ਼ਨ ਸੀ ਉਹਦੇ ਬਾਰੇ ਦੱਸਣ ਦੇ ਲਈ ਵੀ ਮਹਾਨ ਉਪਰਾਲੇ ਕਰਦੇ ਨੇ। ਤੇ ਆਓ ਸੱਚੀ ਮੁੱਚੀ ਇਸ ਵਾਰ 2022
ਸੁੱਖ ਦੀ ਚੜੇ। ਇਹ ਬਾਈ ਜਿਹੜੀ ਹੈ 5 ਸਾਲ ਵਾਸਤੇ ਜਿਹੜੀ ਚੜ੍ਹਨੀ ਹੈ, ਇਹ ਰਾਜ ਭਾਗ ਜਿਹੜਾ ਪਲਟਾ ਦੇਣਾ ਆ। ਇਹ ਜਿਹੜਾ ਰਾਜ ਭਾਗ ਤੁਸੀਂ ਆਪਣੀ ਵਟਨ ਦੇ ਆਪਣੀ ਮੰਦ ਜਿਹੜੀ ਬੁੱਧੀ ਦੇ ਨਾਲ ਜਿਹੜਾ ਤੁਸੀਂ ਤਬਦੀਲੀ ਲੈ ਕੇ ਆਉਣੀ ਆ, ਜਿਹਦੇ ਨਾਲ ਤੁਸੀਂ ਰਹਿਬਰਾਂ ਦਾ, ਗੁਰੂ ਸਾਹਿਬਾਨਾਂ ਦਾ ਸੁਪਨਾ ਪੂਰਾ ਕਰਨਾ ਹੈ, ਸੰਕਲਪ ਪੂਰਾ ਕਰਨਾ। ਤੇ ਇਸ ਵਾਰ ਸੱਚੀ ਮੁੱਚੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੋਂ 2 ਦਿਨ ਪਹਿਲਾਂ ਇਹ ਬਟਨ ਦਬਾਉਣ ਦਾ ਤੁਹਾਨੂੰ ਹੱਕ ਮਿਲੇਗਾ, ਮੌਕਾ ਮਿਲੇਗਾ। ਇਹ ਮੌਕਾ ਖਜਾ ਲਿਆ ਤਾਂ 5 ਸਾਲ ਫਿਰ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ। ਤੇ ਇਸ ਵਾਰ ਸੱਚੀ ਮੁੱਚੀ ਤੁਹਾਡੀਆਂ ਅੱਖਾਂ ਦੇ ਵਿੱਚ ਉਸ ਵੇਲੇ ਤਸਵੀਰ ਸਜੀ ਹੋਏਗੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ, ਕਿਉਂਕਿ ਇਹ ਪ੍ਰਕਾਸ਼ ਪੁਰਬ ਤੀਸਰੇ ਦਿਨ ਹੈ। ਪ੍ਰਭਾਤ ਫੇਰੀਆਂ, ਨਗਰ ਕੀਰਤਨ ਤੇ ਮਹਾਨ ਪੁਰਬਾਂ ਦੇ ਵਿੱਚ ਤੁਸੀਂ ਵਿਅਸਤ ਹੋਣਾ। ਉਸ ਵੇਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਰੰਗ ਚੜਿਆ ਹੋਏਗਾ। ਤੇ ਇਸ ਵਾਰ ਸੱਚੀ ਮੁੱਚੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ, ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਸੰਕਲਪ ਪੂਰਾ ਕਰ ਲਿਓ ਤੇ ਉਹਨਾਂ ਵਾਲਾ ਰਾਜ ਲੈ ਆਇਓ, ਬਰਾਬਰਤਾ ਵਾਲਾ ਰਾਜ ਲੈ ਆਇਓ। ਤੇ ਘਰ ਆਏ ਲੀਡਰਾਂ ਨੂੰ ਜ਼ਰੂਰ ਪੁੱਛਿਓ, ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਸ ਵੇਲੇ ਦੇ ਮਨੂਵਾਦੀ ਰਾਜਿਆਂ ਦੇ ਅੱਗੇ ਬਾਹ ਉਲਾਰ ਕੇ ਲਲਕਾਰਾ ਮਾਰ ਕੇ ਕਹਿੰਦੇ ਸੀ, ਰਾਜਾ ਇਦਾਂ ਦਾ ਰਾਜ ਚਾਹੁੰਦਾ ਜਿੱਥੇ ਬਰਾਬਰਤਾ ਹੋਵੇ, ਇਨਸਾਫ ਹੋਵੇ, ਸਭ ਨੂੰ ਅੰਨ ਮਿਲੇ, ਸਭ ਨੂੰ ਮਾਣ ਸਨਮਾਨ ਮਿਲੇ। ਤੇ ਹੁਣ ਤੁਸੀਂ ਵੀ ਆ 1 ਮਹੀਨਾ ਜਿਹੜਾ ਆ, ਇਹ ਘਰਾਂ ਦੇ ਵਿੱਚ ਤੁਹਾਡੇ ਕੋਲ ਆਏ ਇਹਨਾਂ ਰਾਜਿਆਂ ਨੂੰ ਜ਼ਰੂਰ ਬਾਹਾਂ ਉਲਾਰ ਕੇ ਪੁੱਛੋ ਕਿ ਤੁਸੀਂ ਪਿਛਲੇ ਚੋਣ ਮੈਨੀਫੈਸਟੋ 'ਚ ਜੋ ਵਾਅਦਾ ਕੀਤਾ ਸੀ ਕੀ ਪੂਰਾ ਕੀਤਾ। ਮੈਨੂੰ ਆਸ ਹੈ ਕਿ ਇਸ ਵਾਰ ਤੁਸੀਂ ਜ਼ਰੂਰ ਕ੍ਰਾਂਤੀ ਲਿਆਓਗੇ, ਜ਼ਰੂਰ ਇਨਕਲਾਬ ਲਿਆਓਗੇ, ਜ਼ਰੂਰ ਬੇਗਮਪੁਰਾ ਵਸਾਓਗੇ, ਜ਼ਰੂਰ ਬਰਾਬਰਤਾ ਵਾਲਾ ਰਾਜ ਲੈ ਕੇ ਆਓਗੇ। ਤਦ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਖੁਸ਼ ਹੋਣਗੇ, ਪ੍ਰਸੰਨ ਹੋਣਗੇ। ਬਹੁਤ ਧੰਨਵਾਦ ਜੀ। ਤੁਸੀਂ ਦੇਖਦੇ ਰਹੋ ਕਾਂਚੀ ਟੀਵੀ। ਤੁਹਾਡਾ ਵੀ ਕੋਲ ਸਭ ਧੰਨਵਾਦ ਜੀ। ਜੈ ਭੀਮ, ਜੈ ਗੁਰਦੇਵ। ਧੰਨਵਾਦ ਜੀ। ਕਾਂਚੀ ਟੀਵੀ ਦੇਖ ਰਹੇ ਸਰੋਤਿਆਂ ਨੂੰ ਬਹੁਤ ਬਹੁਤ ਜੈ ਭੀਮ, ਜੈ ਭਾਰਤ, ਨਮੋ ਬੁੱਧਾ, ਜੈ ਸੰਵਿਧਾਨ, ਜੈ ਗੁਰਦੇਵ, ਧੰਨ ਗੁਰਦੇਵ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।